ਮੇਲ ਲਹਿਓ ਦਇਆਲ, ਟਹਿ ਪਏ ਦੁਆਰਿਆ। ਰਖ ਲੇਵੋ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਏ ਲਿਹੋ ਦਇਆਲ, ਸਾਗਰ ਸੰਸਾਰਿਆ। ਕੁਚਲ ਕਠੋਰ ਕਪਟ ਕਾਮੀ, ਜਿਉ ਜਾਣ ਹੈ ਤਿਉ ਤਾਰ ਸੁਆਮੀ। ਤੂੰ ਸਮਰੱਥ ਸਰਨ ਜੋਗ ਤੂੰ, ਰੱਖ ਹੈ ਆਪਣੀ ਕਲ ਧਾਰ। ਜਾਪ ਤਾਪ ਨੇਮ ਸੁਚ ਸੰਜਮ, ਨਾਹੀ ਇਨ ਬਿਧੇ ਛੁਟਕਾਰ। ਗਰਤ ਘੋਰ ਅੰਧ ਤੇ ਕਾਢੋ, ਪ੍ਰਭ ਨਾਨਕ ਨਦਰ ਨਿਹਾਰ। ਲੇਖੈ ਕਤਹਿ ਨ ਛੂਟੀਐ, ਖਿਨ ਖਿਨ ਭੂਲਨਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਧ ਸਿਪਾਹਾ ਦੁਰੰਤ ਦੁਬਾਹਾ, ਸੋ ਸਾਜ ਸੁਨਾਹਾ ਦੁਰਜਾਨ ਤਲੈਂਗੇ। ਭਾਰੇ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੂਰ ਅਰੀਰ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਕ੍ਰਿਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਧਾਨ ਚਲੈਂਗੇ। ਸੁਧ ਸਿਪਾਹਾ ਦੁਰੰਤ ਦੁਬਾਹਾ, ਸੋ ਸਾਜ ਸੁਨਾਹਾ ਦੁਰਜਾਨ ਦਲੈਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਆਸਾ ਦੀ ਵਾਰ ਦੇ ਕੀਰਤਨ ਹੋਏ ਨੇ, ਸੋ ਆਓ ਹੁਣ ਜੋ ਲੜੀਵਾਰ ਕਥਾ ਹੈ, ਜੋ ਕੱਲ੍ਹ ਤੋਂ ਨਿਤਨੇਮ ਦੇ ਤੀਜੇ ਨੰਬਰ 'ਤੇ ਜੋ ਬਾਣੀ ਆਉਂਦੀ ਹੈ, ਜੋ ਸਵਈਏ ਆਉਂਦੇ ਨੇ, ਉਹਨਾਂ ਦੀ ਕਥਾ ਕੱਲ੍ਹ ਤੋਂ ਆਰੰਭ ਹੋਈ ਹੈ। ਇਹ 4 ਸਵਈਏ ਕੱਲ੍ਹ ਕਥਾ ਸਤਿਗੁਰਾਂ ਨੇ ਕਿਰਪਾ ਕਰਕੇ ਕਰਵਾਈ ਹੈ। ਸੋ ਆਓ ਅੱਜ ਜਿੰਨੀ ਕੁ ਸਤਿਗੁਰੂ ਜੀ ਕਿਰਪਾ ਕਰਨਗੇ, ਆਪ ਹੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਜੀ ਆਪ ਜੀ ਦੀ ਗੁਰਬਾਣੀ ਦੀ ਕਥਾ ਕਰਵਾ ਲੈਣ। ਕਿਉਂਕਿ ਬੰਦਾ ਆਪ ਕੁਝ ਨਹੀਂ ਕਰ ਸਕਦਾ। ਜੇ ਕੋਈ ਕਹੇ ਮੈਂ ਅੰਤ ਪਾ ਲਿਆ ਗੁਰਬਾਣੀ ਦਾ, ਜਾਂ ਮੈਨੂੰ ਗੁਰਬਾਣੀ ਦੇ ਸਾਰੇ ਅਰਥ ਪਤਾ ਨੇ, ਤਾਂ ਉਹ
ਉਥੇ ਗਲਤ ਹੈ, ਕਿਉਂਕਿ ਬਾਣੀ ਅਗਾਧ ਬੋਧ ਹੈ। ਗੁਰਬਾਣੀ ਦਾ ਅਰਥਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪਾਂ ਤੇ ਪਰਮੇਸ਼ਰ ਦੀ ਬਣਾਈ ਹੋਈ ਕੁਦਰਤ ਦਾ ਅੰਤ ਨਹੀਂ ਪਾ ਸਕਦੇ। ਗੁਰਬਾਣੀ ਦਾ ਅੰਤ, ਪਰਮੇਸ਼ਰ ਦਾ ਅੰਤ ਕਿੱਥੋਂ ਪਾ ਲਵਾਂਗੇ? ਮਹਾਰਾਜ ਕਹਿੰਦੇ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨੈ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ, ਕਿਆ ਮਨ ਮੰਤ। ਨਾ ਕਹਿਣ ਵਿੱਚ ਅੰਤ ਹੈ, ਨਾ ਦੇਖਣ ਵਿੱਚ ਅੰਤ ਹੈ, ਨਾ ਸੁਣਨ ਵਿੱਚ ਅੰਤ ਹੈ। ਫਿਰ ਉਹ ਪਰਮਾਤਮਾ ਦੀ ਗੁਰਬਾਣੀ ਦਾ, ਪਰਮਾਤਮਾ ਦਾ ਅੰਤ ਅਸੀਂ ਕਿੱਥੋਂ ਪਾ ਲਵਾਂਗੇ? ਹਾਂ, ਉਸ ਪਰਮਾਤਮਾ ਅੱਗੇ ਅਰਜ਼ੋਈ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਜੋ ਆਪ ਜੀ ਦੀ ਗੁਰਬਾਣੀ ਹੈ, ਜੋ ਧੁਰ ਕੀ ਬਾਣੀ ਹੈ, ਆਪ ਜੀ ਕਿਰਪਾ ਕਰੋ, ਇਹ ਸਾਡੇ ਹਿਰਦੇ ਵਿੱਚ ਵਸ ਜਾਵੇ, ਸਾਨੂੰ ਸੋਝੀ ਆ ਜਾਵੇ। ਜੋ ਆਪ ਜੀ ਦਾ ਹੁਕਮ ਹੈ, ਜੋ ਆਪ ਜੀ ਨੇ ਗੁਰਮਤਿ ਦਾ ਮਾਰਗ ਹੀ ਚਲਾਇਆ ਹੈ, ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਅਸੀਂ ਵੀ ਗੁਰਮਤਿ ਦੇ ਧਾਰਨੀ ਬਣੀਏ ਅਤੇ ਗੁਰਬਾਣੀ ਨੂੰ ਮਨ ਵਿੱਚ ਵਸਾਈਏ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਜਿਵੇਂ ਰਤਨ ਰਾਏ ਸਤਿਗੁਰਾਂ ਕੋਲ ਆਇਆ ਅਤੇ ਉਸ ਨੂੰ ਵਿਰਾਗਮਈ ਉਪਦੇਸ਼ ਸਤਿਗੁਰਾਂ ਨੇ ਦੇਣਾ ਕੀਤਾ ਹੈ। ਅਤੇ ਭੀਮ ਚੰਦ ਨੂੰ ਇਹ ਕਿਹਾ, ਇਹ ਭੀਮ ਚੰਦਾ ਕੀ ਤੂੰ ਮਾਣ ਕਰਦਾ ਹੈ? ਇੱਥੇ ਤਾਂ ਵੱਡੇ ਵੱਡੇ ਰਾਜੇ ਚਲੇ ਗਏ, ਆਪਣੇ ਆਪ ਨੂੰ ਸਰੇਵੜੇ ਕਹਾਉਣ ਵਾਲੇ, ਸ਼ੁੱਧ ਪਵਿੱਤਰ ਕਹਾਉਣ ਵਾਲੇ, ਜਿਹੜੇ ਕਹਿੰਦੇ ਨੇ ਅਸੀਂ ਵੱਡੇ ਵੱਡੇ, ਸਾਡੇ ਕੋਲ ਹਾਥੀ ਨੇ, ਜਾਂ ਹਵਾ ਦੇ ਵੇਗ ਤੋਂ ਵੀ ਤੇਜ਼ ਚੱਲਣ ਵਾਲੇ ਘੋੜੇ, ਉਹ ਜਿਨ੍ਹਾਂ ਨੇ ਸਾਰੇ ਹੀ ਸੰਸਾਰ ਨੂੰ ਜਿੱਤ ਲਿਆ। ਪਰ ਮਹਾਰਾਜ ਕਹਿੰਦੇ ਐਡੇ ਐਡੇ ਰਾਜੇ ਹੋ ਕੇ ਵੀ ਅੰਤ ਨੂੰ ਉਹ ਜਮਾਂ ਦੇ ਵਸ ਹੀ ਪਏ ਨੇ, ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਪਿਆਰ, ਸ਼ਰਧਾ ਨਹੀਂ ਹੈ, ਜਿਨ੍ਹਾਂ ਨੇ ਪਰਮੇਸ਼ਰ ਨਾਲ ਪ੍ਰੀਤੀ ਨਹੀਂ ਪਾਈ, ਉਹ ਅੰਤ ਨੂੰ ਜਮਾਂ ਦੇ ਵਸ ਹੀ ਪਏ ਨੇ। ਮਹਾਰਾਜ ਕਹਿੰਦੇ ਨੇ ਭਾਵੇਂ ਤੂੰ ਅਨੇਕਾਂ ਹੀ ਤੀਰਥਾਂ 'ਤੇ ਨਹਾ ਲੈ, ਜਾਤ ਸਤ ਰੱਖ ਲੈ, ਸੰਜਮ ਰੱਖ ਲੈ, ਪਰ ਜੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਨਹੀਂ ਨਾ ਹੈ, ਤਾਂ ਉਹ ਸਾਰਾ ਕੁਝ ਕਰਮ ਕਾਂਡ ਕੀਤੇ ਹੋਏ ਕਿਸੇ ਵੀ ਲੇਖੇ ਨਹੀਂ ਪੈਣੇ। ਇਹ ਸਾਰਾ ਨਿਚੋੜ ਕੱਲ੍ਹ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ। ਸੋ ਆਓ ਹੁਣ ਅੱਗੇ ਪੰਜਵੇਂ ਸਵੱਈਏ ਵਿੱਚ ਜੋ ਸਤਿਗੁਰੂ ਜੀ ਸਾਨੂੰ ਉਪਦੇਸ਼ ਦੇਣਾ ਕਰਦੇ ਨੇ, ਉਹ ਸਰਵਣ ਕਰਨਾ ਕਰੀਏ। ਸੁਧ ਸਿਪਾਹਾ ਦੁਰੰਤ ਦੁਬਾਹਾ। ਮਹਾਰਾਜ ਕਹਿੰਦੇ ਭਾਵੇਂ ਸੁੱਧ ਸਿਪਾਹ, ਸੁੱਧ ਕਹਿੰਦੇ ਨੇ ਪਵਿੱਤਰ ਨੂੰ, ਭਾਵੇਂ ਅਨੇਕਾਂ ਹੀ ਪਵਿੱਤਰ ਸਿਪਾਹਾ, ਸਿਪਾਹੀ ਹੋਣ, ਉਹ ਜਿਹੜੇ ਐਨ ਸ਼ਾਸਤਰ ਵਿੱਦਿਆ ਵਿੱਚ ਪਾਰੰਗਤ ਹੋਣ। ਜਿਵੇਂ ਅੱਜ ਕੱਲ੍ਹ ਕਮਾਂਡੋ ਹੁੰਦੇ ਨੇ ਨਾ, ਬੜੀ ਸਖਤ ਟ੍ਰੇਨਿੰਗ ਕਮਾਂਡੋਆਂ ਦੀ ਹੁੰਦੀ ਹੈ, ਉਹ ਐਡੇ ਸ਼ਾਸਤਰਧਾਰੀ ਹੋਣ, ਰਾਜੇ ਦੇ ਹਿਤਕਾਰੀ ਹੋਣ, ਬੜੇ ਪਵਿੱਤਰ ਜਾਤ ਸਤ ਵਾਲੇ ਹੋਣ। ਦੁਰੰਤ ਦੁਬਾਹਾ। ਦੁਰਾਂਤ ਦੁਬਾਹਾ, ਜਿਹੜੇ ਕਠਨ ਤੋਂ ਕਠਨ ਕੰਮ ਵੀ, ਉਹਨਾਂ ਨੂੰ ਵੀ ਜੋ ਬਹੁਤਿਆਂ ਨੂੰ ਦਬਾ ਲੈਣ, ਦੁਬਾਹਾ ਦਬਾ ਲੈਣ, ਭਾਵ ਕਿ ਜਿਵੇਂ ਕੋਈ ਔਖੇ ਤੋਂ ਔਖਾ ਕੰਮ ਵੀ ਹੋਵੇ ਨਾ, ਜਿਹੜਾ ਕੰਮ ਇੱਦਾਂ ਆ ਜਾਵੇ ਕਿ ਇਹ ਹੋ ਨਹੀਂ ਸਕਦਾ, ਅਤੇ ਔਖੇ ਤੋਂ ਔਖੇ ਕੰਮ ਨੂੰ ਵੀ ਉਹ ਦਬਾ ਲੈਣ, ਐਸੇ ਸਿਪਾਹੀ ਹੋਣ। ਸੋ ਸਾਜ ਸੁਨਾਹਾ। ਸੋ ਸਾਜ, ਸੋ ਭਲੀ ਪ੍ਰਕਾਰ, ਸੁਨਾਹ ਕਹਿੰਦੇ ਨੇ ਸੰਜੋਅ ਨੂੰ, ਜਿਨ੍ਹਾਂ ਨੇ ਆਪਣੇ ਤਨ 'ਤੇ ਭਲੀ ਪ੍ਰਕਾਰ ਚੰਗੇ ਸ਼ਾਸਤਰ ਅਤੇ ਸੰਜੋਆ ਸਜਾਈਆਂ ਹੋਈਆਂ ਨੇ। ਦੁਰਜਾਨ ਦਲੈਂਗੇ। ਦੁਰਜਾਨ ਜੋ ਭੈੜੇ ਲੋਕ ਨੇ, ਜੋ ਭੈੜੀ ਮੱਤ ਵਾਲੇ ਨੇ,
ਉਹ ਕਹਿੰਦੇ ਨੇ ਅਸੀਂ ਦੁਰਜਾਨ ਦਲਾਂਗੇ, ਅਸੀਂ ਦਲ ਦੇਵਾਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਭਾਰੀ ਗੁਮਾਨ ਭਰੇ ਮਨ ਮੈਂ। ਇੱਥੇ ਜੋ ਮੈਂ ਪਾਠ ਹੈ ਇਹ ਬਿੰਦੀ ਤੋਂ ਬਿਨਾਂ ਕਰਨਾ ਹੈ, ਕਿਉਂਕਿ ਜੇ ਮੈਂ ਬੋਲਾਂਗੇ ਬਿੰਦੀ ਲਾ ਕੇ ਤਾਂ ਉੱਥੇ ਆਪਣਾ ਵਾਚਕ ਆਉਂਦਾ ਹੈ ਕਿ ਮੈਂ ਇਹ ਕੀਤਾ, ਮੈਂ ਇਹ ਕੀਤਾ। ਜੋ ਬਿੰਦੀ ਤੋਂ ਰਹਿਤ ਮੈਂ ਪਾਠ ਹੈ ਉਸ ਦਾ ਅਰਥ ਹੈ ਵਿੱਚ। ਭਾਰੀ ਗੁਮਾਨ ਭਰੇ ਮਨ ਮੈਂ, ਭਾਵ ਕਿ ਜਿਹੜੇ ਬੜਾ ਹੀ ਮਾਣ, ਬੜਾ ਹੀ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਨੇ, ਬੜਾ ਹੀ ਮਾਣ ਰੱਖਦੇ ਨੇ ਹਿਰਦੇ ਵਿੱਚ। ਹਰ ਪਰਬਤ ਪੰਖ ਹਲੇ ਨਾ ਹਲਾਂਗੇ, ਕਰ ਪਰਬਤ ਪੰਖ ਹਲੇ, ਕਦੇ ਭਾਵੇਂ ਪਰਬਤ ਪੰਖ ਲਾ ਕੇ ਉੱਡ ਜਾਵੇ ਤਾਂ ਉੱਡ ਹੀ ਜਾਵੇ, ਪਰ ਨਾ ਹਲਾਂਗੇ, ਪਰ ਅਸੀਂ ਨਹੀਂ ਹਿੱਲਾਂਗੇ। ਤੋਰ ਅਰੀਨ ਮਰੋਰ ਮਵਾਸਨ, ਅਰੀਨ ਕਹਿੰਦੇ ਨੇ ਵੈਰੀਆਂ ਨੂੰ, ਅਸੀਂ ਵੱਡੇ ਵੱਡੇ ਵੈਰੀਆਂ ਨੂੰ ਤੋੜ ਦੇਵਾਂਗੇ। ਮਰੋਰ ਮਵਾਸਨ, ਜਿਹੜੇ ਆਕੀ ਹੋਏ ਨੇ, ਬਾਗੀ ਹੋਏ ਨੇ, ਸਾਰਿਆਂ ਨੂੰ ਦਲ ਦੇਵਾਂਗੇ, ਛੱਡਾਂਗੇ ਨਹੀਂ। ਮਾਤੇ ਮਤੰਗਨ ਮਾਨ ਮਲਾਂਗੇ, ਵੱਡੇ ਵੱਡੇ ਹਾਥੀਆਂ ਦੇ ਮਾਣ ਨੂੰ ਅਸੀਂ ਮੱਲ ਦੇਵਾਂਗੇ। ਸ੍ਰੀ ਭਗਵਾਨ ਕਿਰਪਾ ਬਿਨ, ਸ੍ਰੀ ਕਹਿੰਦੇ ਨੇ ਮਾਇਆ ਨੂੰ, ਪਤ ਕਹਿੰਦੇ ਨੇ ਪਤੀ ਨੂੰ। ਜੋ ਮਾਇਆ ਦਾ ਪਤੀ ਹੈ ਪਰਮੇਸ਼ਰ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਜੋ ਖਟ ਭਗਾ ਸੁਪੰਨ ਹੈ, ਜੋ ਸੁਭਾਏਮਾਨ ਹੈ, ਜੋ ਸ਼੍ਰੋਮਣੀ ਹੈ, ਉਸ ਦੀ ਕਿਰਪਾ ਤੋਂ ਬਿਨਾ ਤਿਆਗ ਜਹਾਨ ਨਿਦਾਨ ਚਲਾਂਗੇ। ਤੇ ਜੋ ਇਹ ਜਗ ਹੈ ਨਾ, ਇਹ ਸੰਸਾਰ ਹੈ, ਇਹ ਛੱਡ ਕੇ ਫਿਰ ਨਿਦਾਨ ਚਲਾਂਗੇ। ਨਿਦਾਨ ਦਾ ਅਰਥ ਮੂਰਖ ਵੀ ਹੈ ਤੇ ਨਿਦਾਨ ਦਾ ਅਰਥ ਅੰਤ ਵੀ ਹੈ। ਕਦੇ ਜਿਹੜੇ ਇੱਦਾਂ ਦੇ ਆਪਣੇ ਮਨ ਵਿੱਚ ਬੜਾ ਮਾਣ ਰੱਖਿਆ, ਜਿਨ੍ਹਾਂ ਨੇ ਸਰੀਰਾਂ 'ਤੇ ਸੰਜੋਆ ਸਜਾਈਆਂ ਹੋਈਆਂ ਨੇ, ਤਿਆਗ ਜਹਾਨ ਨਿਦਾਨ ਚ ਲੈ ਗਏ। ਉਹ ਮੂਰਖ ਅੰਤ ਨੂੰ ਉਹ ਜਗ ਤੋਂ ਚਲੇ ਜਾਣਗੇ। ਵੀਰ ਅਪਾਰ ਵੱਡੇ ਬਰਿਆਰ, ਐਡੇ ਐਡੇ ਵੀਰ, ਐਡੇ ਐਡੇ ਯੋਧੇ, ਭੀਮ ਸੈਨ ਵਰਗੇ, ਜਿਨ੍ਹਾਂ ਨੇ ਕਰੀਚਕ ਨਾਲ ਜੰਗ ਕੀਤਾ, ਜਿਨ੍ਹਾਂ ਨੇ 100 ਹਾਥੀਆਂ ਨੂੰ ਅਸਮਾਨ ਚੜ੍ਹਾ ਦਿੱਤਾ, ਉਹ ਐਡੇ ਐਡੇ ਜੋ ਯੋਧੇ ਹੋਏ ਨੇ, ਵੀਰ ਅਪਾਰ, ਪਤਾ ਨਹੀਂ ਕਿੱਡੇ ਕਿੱਡੇ ਜੱਗ ਵਿੱਚ ਯੋਧੇ ਹੋਏ ਨੇ। ਸੂਰਮਾ ਕਹਿੰਦੇ ਨੇ ਜੋ ਆਪਣੇ ਬਰਾਬਰ ਦੇ ਨਾਲ ਜੰਗ ਕਰੇ, ਤੇ ਜੋ 1000 ਦੇ ਨਾਲ ਲੜੇ ਉਸ ਨੂੰ ਰਥੀ ਕਹਿੰਦੇ ਨੇ। ਜੋ 10,000 ਨਾਲ ਜੰਗ ਕਰੇ ਉਸ ਨੂੰ ਮਹਾਰਥੀ ਕਹਿੰਦੇ ਨੇ, ਤੇ ਜੋ ਬੇਅੰਤ ਹੀ ਫੌਜਾਂ ਨਾਲ ਜੰਗ ਕਰੇ ਉਸ ਨੂੰ ਅਥਰਥੀ ਸੂਰਮੇ ਕਹਿੰਦੇ ਨੇ। ਐਸੇ ਵੱਡੇ ਵੱਡੇ ਵੀਰ, ਮਹਾਬਲੀ, ਵੱਡੇ ਬਰਿਆਰ, ਵੱਡੇ ਬਲ ਵਾਲੇ ਬਹਾਦਰ, ਬੜੇ ਗੁਸੈਲੇ ਸੁਭਾਅ ਦੇ, ਜਿਹੜੇ ਜੰਗ ਵਿੱਚ ਅੰਨ੍ਹੇਵਾਹ ਧੁੱਸ ਜਾਂਦੇ ਨੇ ਕਿ ਅਸੀਂ ਵੈਰੀਆਂ ਨੂੰ ਛੱਡਾਂਗੇ ਨਹੀਂ। ਐਸੇ ਵੱਡੇ ਵੱਡੇ ਸੂਰਮੇ, ਵਿਚਾਰ ਹੈ ਸਾਰ ਕੀ ਧਾਰ ਪੁਛਈਆ, ਜਿਹੜੇ ਬਿਨਾਂ ਵਿਚਾਰ ਤੋਂ ਸ਼ੀਘਰ ਹੀ ਜੰਗ ਵਿੱਚ ਵੜ ਜਾਂਦੇ ਨੇ। ਅਵਿਚਾਰ ਹੈ, ਬਿਨਾਂ ਵਿਚਾਰ ਤੋਂ ਹੀ ਸਾਰ ਕੀ ਧਾਰ ਪਛਈਆ। ਸਾਰ ਕਹਿੰਦੇ ਨੇ ਲੋਹੇ ਨੂੰ, ਪਛਈਆ ਕਹਿੰਦੇ ਨੇ ਭਖਣ ਕਰਦੇ ਨੇ ਉਹ। ਅਵਿਚਾਰ ਹੈ ਸਾਰ ਕੀ ਧਾਰ ਪਛਈਆ, ਬਿਨਾਂ ਵਿਚਾਰ ਤੋਂ ਹੀ ਲੋਹੇ ਦੇ ਸ਼ਾਸਤਰਾਂ ਨੂੰ ਭਖਣ ਕਰਦੇ ਨੇ, ਆਪਣੇ ਸਰੀਰ 'ਤੇ ਸਹਾਰਦੇ ਨੇ, ਭਾਵ ਕਿ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਦੇ, ਜੰਗ ਵਿੱਚ ਧੁੱਸ ਜਾਂਦੇ ਨੇ। ਤੇ ਜਨਮ ਮਰਨ ਦੀ, ਭਾਵ ਕਿ ਮਰਨ ਦੀ ਪਰਵਾਹ ਕਰੇ ਬਿਨਾਂ ਕਿ ਅੱਜ ਜਾਂ ਤਾਂ ਮੈਂ ਨਹੀਂ ਜਾਂ ਵੈਰੀ ਨਹੀਂ। ਐਸੇ ਐਸੇ ਸੂਰਮੇ ਆਪਣੀ ਜਾਨ ਦੀ ਪਰਵਾਹ ਕਰੇ ਬਿਨਾਂ, ਜਿਹੜੇ ਲੋਹੇ ਦੇ ਸ਼ਾਸਤਰਾਂ ਨੂੰ ਆਪਣੇ ਤਨ ਦੇ ਸਹਾਰਦੇ ਹਨ। ਔਰਤ ਦੇਸ
ਵਾਸਨ। ਉਹ ਵੱਡੇ ਵੱਡੇ ਦੇਸ਼ ਪੋਠੋਹਾਰ ਵਰਗੇ ਬੜੇ ਬੜੇ ਧਨੀ ਦੇਸ਼, ਜਿਨ੍ਹਾਂ ਨੂੰ ਤੋੜਨ ਵਾਲੇ ਮਿਲਿੰਦ ਮਵਾਸਨ। ਵੱਡੇ ਵੱਡੇ ਵੈਰੀਆਂ ਨੂੰ ਮਲਿੰਦ ਮਵਾਸਨ, ਆਕੀਆਂ ਨੂੰ ਬਾਗੀਆਂ ਨੂੰ ਮਲਣ ਵਾਲੇ। ਮਾਤੀ ਗਜਾਨ ਕੇ ਮਾਨ ਮਲਈਆ। ਉਹ ਜਿਹੜੇ ਵੱਡੇ ਵੱਡੇ ਹਾਥੀ ਨੇ ਨਾ, ਮਾਤੇ ਗਜਾਨ ਕੇ ਮਾਨ ਮਲਈਆ, ਉਹਨਾਂ ਦੇ ਮਾਨ ਨੂੰ ਵੀ ਮਲਣ ਵਾਲੇ। ਗਾੜੇ ਗੜਾਨ ਕੇ ਤੋੜਨ ਹਾਰ। ਗਾੜੇ ਕਹਿੰਦੇ ਨੇ ਤਕੜੇ ਨੂੰ, ਗੜਾਨ ਕਹਿੰਦੇ ਨੇ ਕਿਲਿਆਂ ਨੂੰ। ਐਸੇ ਐਸੇ ਵੱਡੇ ਯੋਧੇ, ਗਾੜੇ ਗੜਾਨ ਕੇ ਤੋੜਨ ਹਾਰ, ਵੱਡੇ ਵੱਡੇ ਤਗੜੇ ਤਗੜੇ ਕਿਲਿਆਂ ਨੂੰ ਤੋੜਨ ਵਾਲੇ। ਬਾਤਨ ਹੀ ਚੱਕ ਚਾਰ ਲਵਈਆ। ਉਹ ਜਿਨ੍ਹਾਂ ਦੇ ਬੋਲਾਂ ਵਿੱਚ ਹੀ ਐਡੀ ਸ਼ਕਤੀ ਹੋਵੇ, ਸੋ ਬਾਤਨ ਹੀ ਚੱਕ ਚਾਰ ਲਵਈਆ। ਕਦੇ ਜੋ ਚਾਰ ਚੱਕ ਨੇ, ਬੋਲਾਂ ਨਾਲ ਹੀ ਬਚਨਾਂ ਨਾਲ ਹੀ ਇਸ ਨੂੰ ਜਿੱਤ ਲਵੇ, ਐਸੀ ਧਾਂਕ ਹੋਵੇ ਉਹਨਾਂ ਦੀ, ਐਸੀ ਬੋਲਾਂ 'ਚ ਉਹਨਾਂ ਦੇ ਪਾਵਰ ਹੋਵੇ ਕਿ ਚਾਰੇ ਚੱਕਾਂ ਨੂੰ ਬੋਲਾਂ ਦੇ ਸ਼ਕਤੀ ਨਾਲ ਹੀ ਜਿੱਤ ਲਵੇ। ਸ੍ਰੀ ਸਭ ਕੋ ਸਰਨਾਇਕ। ਐਸੇ ਜਿਹੜੇ ਵੱਡੇ ਵੱਡੇ ਯੋਧੇ ਦੱਸੇ ਨੇ, ਹਾਥੀਆਂ ਨੂੰ ਮਲਣ ਵਾਲੇ, ਵੱਡੇ ਵੱਡੇ ਵੈਰੀਆਂ ਨੂੰ ਨਾਸ਼ ਕਰਨ ਵਾਲੇ, ਵੱਡੇ ਵੱਡੇ ਕਿਲਿਆਂ ਨੂੰ ਤੋੜਨ ਵਾਲੇ, ਇਹਨਾਂ ਦੇ ਉੱਤੇ ਕੌਣ ਹੈ? ਸਾਹਿਬ ਸ੍ਰੀ ਸਭ ਕੋ ਸਰਨਾਇਕ। ਸਾਹਿਬ ਜੋ ਪਰਮੇਸ਼ਰ ਹੈ, ਸ਼੍ਰੀ ਸ਼੍ਰੋਮਣੀ ਹੈ, ਸਭ ਕੋ ਸਰਨਾਇਕ, ਇਹਨਾਂ ਸਾਰਿਆਂ ਦਾ ਨਾਇਕ ਹੈ, ਸਿਰਾਂ ਦਾ, ਇਹਨਾਂ ਸਾਰਿਆਂ ਦਾ ਮਾਲਕ ਹੈ। ਇਹ ਸਾਰੇ ਮੰਗਤੇ ਨੇ ਇਹਨਾਂ ਸਾਹਮਣੇ, ਇਹ ਸਾਰੇ ਇਹਨਾਂ ਤੋਂ ਹੀ, ਪਰਮੇਸ਼ਰ ਤੋਂ ਹੀ ਬਲ ਲੈਂਦੇ ਨੇ। ਸਾਹਿਬ ਸ੍ਰੀ ਸਭ ਕੋ ਸਰਨਾਇਕ। ਖੰਡਾ ਪ੍ਰਿਥਮੈ ਸਾਜਿਕੈ, ਜਿਨ ਸਭ ਸਹਿ ਸਾਰ ਉਪਾਇਆ। ਚੰਡੀ ਦੀ ਵਾਰ ਵਿੱਚ ਆਉਂਦਾ ਹੈ ਨਾ, ਕਦੇ ਜੋ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਇਹਨਾਂ ਨੇ ਵੀ ਮਹਾਰਾਜ ਤੇਥੋਂ ਹੀ ਬਲ ਲਿਆ ਹੈ। ਤੈਂ ਹੀ ਇਹਨਾਂ ਨੂੰ ਸੰਸਾਰ ਪੈਦਾ ਕਰਨ ਦੀ ਸ਼ਕਤੀ ਦਿੱਤੀ ਹੈ। ਵੱਡੇ ਵੱਡੇ ਦਾਨੀਆਂ ਨੂੰ, ਦੇਵਤਿਆਂ ਨੂੰ, ਦਾਨਵਾਂ ਨੂੰ ਆਪ ਜੀ ਨੇ ਉਪਾਇਆ ਹੈ। ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਘਾਇਆ। ਇਹ ਅਕਾਲ ਪੁਰਖ ਤੇਥੋਂ ਹੀ ਬਲ ਲੈ ਕੇ ਰਾਮ ਨੇ ਰਾਵਣ ਦਾ ਵੱਧ ਕੀਤਾ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੈਂਸੀ ਪਕੜ ਗਿਰਾਇਆ। ਮਹਾਰਾਜ ਸੱਚੇ ਪਾਤਸ਼ਾਹ ਤੇਥੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਕੇਸਾ ਤੋਂ ਪਕੜ ਕੇ ਗਿਰਾਇਆ ਹੈ। ਮਹਾਰਾਜ ਅੱਗੇ ਕਹਿੰਦੇ ਨੇ, ਬੜੇ ਮੋਨੀ, ਬੜੇ ਮੁਨੀ, ਬੜੇ ਯੋਧੇ ਸੂਰਮੇ ਤਨ ਧਾਰ ਕੇ ਆਏ ਨੇ, ਪਰ ਕਿਨੀ ਤੇਰਾ ਅੰਤ ਨਾ ਪਾਇਆ। ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਤੇ ਤੂੰ ਕਿੱਡਾ ਵੱਡਾ ਹੈ, ਤੂੰ ਕਿੱਡਾ ਵੱਡਾ ਹੈ, ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਇਹ ਵੱਡੇ ਵੱਡੇ ਜੋ ਰਾਜੇ ਨੇ, ਜੋ ਯੋਧੇ ਨੇ, ਜੋ ਸੂਰਮੇ ਨੇ, ਇਹ ਵੀ ਤੇਥੋਂ ਹੀ ਮੰਗਦੇ ਨੇ। ਜਾਚਕ ਅਨੇਕ ਸੋ ਏਕ ਤਵੈਆ। ਮਹਾਰਾਜ ਇਹ ਤਾਂ ਤੇਰੇ ਦਰ ਤੇ ਹੱਥ ਜੋੜ ਕੇ ਖੜੇ ਨੇ, ਤਾਂ ਮੰਗਦੇ ਨੇ ਤੇਰੇ ਦਰ ਤੇ। ਸੋ ਏਕ ਦਵਈਆ, ਸਿਰਫ ਆਪ ਜੀ ਹੀ ਇੱਕ ਦੇਣ ਵਾਲੇ ਪਰਮੇਸ਼ਰ ਹੋ। ਆਪ ਜੀ ਹੀ ਸਭ ਨੂੰ, ਕਿਸੇ ਨੂੰ ਤਾਣ ਬਲ ਦਿੰਦੇ ਹੋ, ਕਿਸੇ ਨੂੰ ਤੇਜ ਬੁੱਧੀ ਦਿੰਦੇ ਹੋ, ਕਿਸੇ ਨੂੰ ਵੱਡਾ ਸੋਹਣਾ ਸਰੀਰ ਦਿੰਦੇ ਹੋ। ਆਪ ਜੀ ਹੀ ਸਭ ਨੂੰ ਦੇਣ ਵਾਲੇ ਹੋ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਇਹ ਵੱਡੇ ਵੱਡੇ ਜੋ ਯੋਧੇ ਨੇ, ਇਹ ਸਾਰੇ ਤੇਰੇ ਦਰ ਤੇ ਮੰਗਤੇ ਨੇ। ਦਾਨ ਬਦੇਵ ਫਨਿੰਦ ਨਿਸਾਚਰ। ਹੁਣ ਉੱਪਰ ਜਿੰਨੇ ਯੋਧਿਆਂ ਦੀ ਗੱਲ ਕੀਤੀ ਹੈ,
ਗੁਰਬਾਣੀ ਕਹਿੰਦੀ ਹੈ, ਜਾ ਕੋ ਹਰ ਰੰਗ ਲਾਗੋ, ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਇਹ ਜੋ ਦੁਨਿਆਵੀ ਯੋਧੇ ਨੇ, ਜੋ ਦੁਨਿਆਵੀ ਸੂਰਮੇ ਨੇ, ਇਹਨਾਂ ਦੀ ਗਮਤਾ ਇਸ ਸੰਸਾਰ ਤੱਕ ਹੋ ਸਕਦੀ ਹੈ, ਇਹਨਾਂ ਦੀ ਧਾਕ ਇਸ ਜੱਗ ਤੱਕ ਹੋ ਸਕਦੀ ਹੈ, ਸੰਸਾਰ ਤੱਕ ਹੋ ਸਕਦੀ ਹੈ। ਪਰ ਜੇ ਇਹਨਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਨਾ ਹੈ, ਨਾਮ ਤੋਂ ਵਾਂਝੇ ਨੇ, ਤਾਂ ਪਰਲੋਕ ਵਿੱਚ ਇਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈ। ਮਹਾਰਾਜ ਕਹਿੰਦੇ, ਅਸਲੀ ਸੂਰਾ ਉਹ ਹੈ, ਜਾ ਕੋ ਹਰ ਰੰਗ ਲਾਗੋ, ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜਿਨ੍ਹੇ ਆਪਣੇ ਮਨ ਨੂੰ ਜਿੱਤਿਆ ਹੈ, ਉਹ ਹੈ ਸੂਰਮਾ। ਜਿਵੇਂ ਇੱਕ ਰਾਜੇ ਨੇ ਦੁਨੀਆ ਨੂੰ ਜਿੱਤ ਕੇ ਆਇਆ ਤੇ ਜੋਗੀ ਨੂੰ ਪੁੱਛਣ ਲੱਗਿਆ ਕਿ ਕੋਈ ਇੱਦਾਂ ਦਾ ਕੋਈ ਰਾਜਾ ਰਹਿ ਤਾਂ ਨਹੀਂ ਗਿਆ ਜਿਹਨੂੰ ਮੈਂ ਨਾ ਜਿੱਤਿਆ ਹੋਵੇ? ਕਦੇ ਹਾਂ, ਇੱਕ ਹੈ। ਉਹ ਹੈ ਤੇਰਾ ਮਨ ਰੂਪੀ ਰਾਜਾ। ਕਦੇ ਤਾਂ ਆਪਣੇ ਮਨ ਰੂਪੀ ਰਾਜੇ ਨੂੰ ਨਹੀਂ ਜਿੱਤਿਆ। ਕਦਾ ਮੈਂ ਇਹ ਵੀ ਜਿੱਤਾਂਗਾ। ਜੇ ਨਾ ਜਿੱਤ ਸਕਿਆ ਤਾਂ ਆਪ ਹੀ ਚੀਖਾ ਬਣਾ ਕੇ ਸੜ ਜਾਵਾਂਗਾ। ਪਹਾੜਾਂ ਵਿੱਚ ਲੰਘਿਆ, ਲੱਗਿਆ ਜਾਪ ਕਰਨ, ਲੱਗਿਆ ਨਾਮ ਜਪਣ, ਬੜੀ ਕੋਸ਼ਿਸ਼ ਕੀਤੀ ਪਰ ਮਨ ਨੂੰ ਜਿੱਤ ਨਾ ਸਕਿਆ। ਅਖੀਰ ਨੂੰ ਆਪੇ ਚੀਖਾ ਤਿਆਰ ਕਰਕੇ ਵਿੱਚ ਮੱਚ ਗਿਆ, ਸੜ ਗਿਆ। ਅਸਲੀ ਸੂਰਮਾ, ਅਸਲੀ ਰਾਜਾ ਉਹ ਹੈ, ਆਤਮ ਜਿਣੈ ਸਗਲ ਵਸ ਤਾਕੈ। ਜਿਨ੍ਹੇ ਆਪਣੇ ਮਨ ਨੂੰ ਜਿੱਤਿਆ ਹੋਵੇ, ਤਾਕਾ ਸਤਿਗੁਰ ਪੂਰਾ। ਜਿਨ੍ਹਾਂ ਦੇ ਸਤਿਗੁਰੂ ਵੀ ਪੂਰੇ ਹੋਣ, ਉਹਨਾਂ ਦਾ ਫਿਰ ਪਰਮੇਸ਼ਰ ਆਪ ਸਹਾਈ ਬਣ ਜਾਂਦਾ ਹੈ। ਦਾਨਵ ਦੇਵ ਫਨਿੰਦ ਨਿਸਾਚਰ, ਦਾਨਵ ਜਿਹੜੇ ਦਿੱਤੀ ਤੋਂ ਪੈਦਾ ਹੋਏ ਦੈਤ ਨੇ। ਦੇਵ ਫਨਿੰਦ ਨਿਸਾਚਰ, ਦੇਵ ਜੋ ਅਦਿਤੀ ਤੋਂ ਪੈਦਾ ਹੋਏ ਨੇ ਤੇ ਬ੍ਰਹਮਾ ਦੇ ਸੰਕਲਪ ਕਰਨੇ ਤੋਂ ਪੈਦਾ ਹੋਏ ਨੇ। ਫਨਿੰਦ ਕਹਿੰਦੇ ਨੇ ਜੋ ਸੱਪਾਂ ਦਾ ਰਾਜਾ ਸ਼ੇਸ਼ ਨਾਗ ਹੈ। ਬਾਸਕ ਨਾਗ ਜਾਂ ਤਛਕ ਨਾਗ ਵੀ ਕਹਿ ਦਿੰਦੇ ਹਾਂ। ਤੇ ਅੱਗੇ ਹੈ ਨਿਸਾਚਰ। ਨਿਸਾ ਕਹਿੰਦੇ ਨੇ ਰਾਤ ਨੂੰ, ਚਰ ਕਹਿੰਦੇ ਨੇ ਵਿਚਰਨ ਵਾਲੇ। ਨਿਸਾਚਰ ਜਿਹੜੇ ਰਾਤ ਨੂੰ ਵਿਚਰਨ ਵਾਲੇ ਨੇ, ਨਿਸਾਚਰ ਆਦ। ਭਵਿੱਖ ਭਵਾਨ ਜਪੈਗੀ, ਜਿਹੜੇ ਤਾਮਸੀ ਬਿਰਤੀ ਵਾਲੇ ਨੇ ਨਾ, ਨਿਸਾਚਰ ਰਾਖਸ਼ੀ ਬੁੱਧੀ ਵਾਲੇ, ਜਿਹਨਾਂ ਨੂੰ ਆਪਾਂ ਰਾਖਸ਼ ਵੀ ਕਹਿ ਦਿੰਦੇ ਹਾਂ। ਅੱਗੇ ਕਹਿੰਦੇ ਨੇ ਭੂਤ ਭਵਿੱਖ ਭਵਾਨ। ਭੂਤ ਕਹਿੰਦੇ ਨੇ ਜੋ ਸਮਾਂ ਬੀਤ ਚੁੱਕਾ ਹੈ, ਭਵਾਨ ਜੋ ਵਰਤ ਰਿਹਾ ਹੈ, ਭਵਿੱਖ ਜੋ ਆਉਣ ਵਾਲਾ ਸਮਾਂ ਹੈ। ਜਪਾਂਗੇ ਭਾਵੇਂ ਅਨੇਕਾਂ ਤਿੰਨਾਂ ਕਾਲਾਂ ਵਿੱਚ ਹੀ ਇਹ ਨਾਮ ਜਪਣ, ਭਜਨ ਬੰਦਗੀ ਕਰਨ। ਜੀਵ ਜਿਤੇ ਜਲ ਮੈਂ ਥਲ ਮੈਂ, ਭਗਤ ਜੀ ਕਹਿੰਦੇ 42 ਲੱਖ ਜੀ ਜਲ ਮਹਿ ਹੋਤੇ। ਜੋ 42 ਲੱਖ ਜੀਵ ਨੇ ਉਹ ਜਲ ਵਿੱਚ ਨੇ ਤੇ 42 ਲੱਖ ਖੁਸ਼ਕੀ ਇਲਾਕੇ ਵਿੱਚ ਨੇ, ਭਾਵ ਕਿ ਧਰਤੀ 'ਤੇ ਨੇ। ਜੀਵ ਜਿਤੇ ਜਲ ਮੈਂ ਥਲ ਮੈਂ। ਜਿੰਨੇ ਵੀ ਜਲ 'ਤੇ ਜੀਵ ਨੇ, ਜਿੰਨੇ ਵੀ ਥਲ 'ਤੇ ਜੀਵ ਨੇ, ਪਲ ਹੀ ਪਲ ਮੈਂ ਸਭ ਥਾਪ ਥਪੈਗੇ। ਪਲੋ ਹੀ ਪਲਾਂ ਵਿੱਚ ਸਭ ਥਾਪ ਥਪੈਗੇ। ਕਿ ਜੋ ਥਾਪੇ ਹੋਏ ਨੇ ਉਹਨਾਂ ਨੂੰ ਪੁੱਟ ਦੇਣਾ ਤੇ ਪੁੱਟਿਆ ਹੋਇਆਂ ਨੂੰ ਦੁਬਾਰੇ ਥਾਪ ਦੇਣਾ। ਮਨ ਪ੍ਰਤਾਪਨ ਵਾਡ ਜੈਤ ਧਨ, ਜੋ ਕਰਮ ਨੇ ਪੁੰਨਾਂ ਵਾਲੇ ਕਰਮ ਕਰਨੇ। ਇੰਨੇ ਕਰਮ, ਇੰਨੇ ਪੁੰਨ ਕਰ ਲੈਣੇ ਚੰਗੇ ਕਿ ਆਤਮਾ ਜੋ ਹੈ ਉਹ ਵੱਧ ਜਾਵੇ। ਜੋ ਪੁੰਨ ਨੇ ਨਾ, ਉਹ ਪੁੰਨ ਵੱਧ ਜਾਵੇ, ਬੜੇ ਪੁੰਨੀ ਬਣ ਜਾਣਾ। ਪੁੰਨ ਪ੍ਰਤਾਪਨ ਬਾੜ ਜੈਤ ਧੁਨ।
ਐਦਾਂ ਦੀ ਜੈ ਜੈਕਾਰ ਸਾਰੇ ਪਾਸੇ ਹੋਣੀ, ਬੜਾ ਪ੍ਰਤਾਪ ਹੋ ਜਾਣਾ, ਹਰੇਕ ਪਾਸੇ ਜੈ ਜੈਕਾਰ ਦੀ ਧੁਨੀ ਹੋਣੀ। ਪਾਪਨ ਕੀ ਬਹੁ ਪੁੰਜ ਖਪੈਗੀ, ਜੋ ਜਿੰਨੇ ਵੀ ਪਾਪ ਕੀਤੇ ਨੇ ਪਿੱਛੇ, ਜਾਂ ਹੰਕਾਰ ਕੀਤਾ ਹੈ, ਪਾਪਨ ਕੇ ਬਹੁ ਪੁੰਜ ਖਪੈਂਗੇ। ਜਿਹੜੇ ਇਹਨਾਂ ਦੇ ਜਿੰਨੇ ਵੀ ਪਾਪ ਕੀਤੇ ਨੇ ਉਹ ਸਾਰੇ ਖੱਪ ਜਾਣਗੇ, ਜਿਵੇਂ ਬਰਖਾ ਪੈਣ ਤੋਂ ਧੂੜ ਦੇ ਕਿਣਕੇ ਖੱਪ ਜਾਂਦੇ ਨੇ। ਪਾਪਨ ਕੇ ਬਹੁ ਪੁੰਜ ਖਪੈਂਗੇ, ਇਹ ਸਾਰੇ ਖੱਪ ਜਾਣਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਜਿੰਨੇ ਵੀ ਸਾਧ ਨੇ, ਸੰਤ ਨੇ, ਮਹਾਤਮਾ ਨੇ, ਸਾਧ ਸਮੂਹ ਸਾਰੇ ਪ੍ਰਸੰਨ ਫਿਰੈ ਜਗ, ਬੜੇ ਖੁਸ਼ ਪ੍ਰਸੰਨ ਚਿੱਤ ਫਿਰਨਗੇ। ਸਤਰ ਸੁਭੈ ਅਵਲੋਕ ਚਪੈਗੇ, ਸਤਰ ਸੁਭੈ ਅਵਲੋਕ ਚੁਪੈਂਗੇ। ਅਵਲੋਕ ਜਿੰਨੇ ਵੀ ਇਹ ਸ਼ਤਰੂ ਦਿਖ ਰਹੇ ਨੇ ਨਾ, ਜਿਹੜੇ ਸਾਧੂਆਂ ਦੀ ਨਿੰਦਿਆ ਕਰਦੇ ਨੇ, ਚੁਪੈਗੇ, ਇਹ ਫਿਰ ਚਿੜਨਗੇ, ਭਾਵ ਕਿ ਇਹ ਦਬ ਜਾਣਗੇ। ਸਤਰ ਸੁਭੈ ਅਵਲੋਕ ਚੁਪੈਂਗੇ, ਇਹ ਸਾਰੇ ਫਿਰ ਨਾਸ਼ ਹੋ ਜਾਣਗੇ, ਇਹ ਦਬ ਜਾਣਗੇ। ਇਹ ਜੋ ਸਵਈਆ ਹੈ ਨਾ, ਇਹਦੇ ਵਿੱਚ ਸਤਿਗੁਰਾਂ ਨੇ ਭਵਿੱਖਤ ਵਾਕ ਕਹਿਣਾ ਕੀਤਾ ਹੈ ਕਿ ਕਲਯੁੱਗ ਵਿੱਚ 1400 ਵਰਾ ਸਤਿਯੁਗ ਵਰਤੇਗਾ, ਅਤੇ ਜੋ ਸਾਧੂ ਮਹਾਤਮਾ ਨੇ ਉਹ ਪ੍ਰਸੰਨ ਰਹਿਣਗੇ, ਤੇ ਜੋ ਸ਼ਤਰੂ ਨੇ ਉਹ ਨਾਸ਼ ਹੋ ਜਾਣਗੇ। ਮਾਨਵ ਇੰਦਰ ਗਜਿੰਦਰ ਨਰਾਤਪ, ਮਾਨਵ ਜੋ ਪੁਰਸ਼ ਨੇ, ਇੰਦਰ ਜੋ ਦੇਵਤਿਆਂ ਦਾ ਰਾਜਾ ਇੰਦਰ ਹੈ। ਗਜਿੰਦਰ ਨਰਾਤਪ, ਗਜਿੰਦਰ ਜੋ ਐਰਾਪਤ ਹਾਥੀ ਹੈ, ਜੋ ਹਾਥੀਆਂ ਦਾ ਰਾਜਾ ਹੈ। ਜੋ ਦਿਗਪਾਲ ਹਾਥੀ ਨੇ, ਜਿਨ੍ਹਾਂ ਨੇ ਚਾਰੇ ਦਿਸ਼ਾਵਾਂ ਨੂੰ ਦਬਾ ਕੇ ਰੱਖਿਆ ਹੈ, ਜੋ ਇਹਨਾਂ ਦੀ ਸਵਾਰੀ ਕਰਦੇ ਨੇ। ਜੌਨ ਤਰਲੋਕ ਕੋ ਰਾਜ ਕਰੈਗੇ, ਅੱਗੇ ਹੈਗਾ ਨਰਾਦਪ, ਜੋ ਨਰਾਂ ਦਾ ਅਧੋਪਤੀ ਹੈ। ਨਰ ਇੱਕ ਤਾਂ ਮਨੁੱਖ ਹੁੰਦੇ ਨੇ, ਇੱਕ ਹੁੰਦੇ ਨੇ ਯਸ਼। ਨਰਾਦਪ ਨਰੋਂ ਦਾ ਅਧੋਪਤੀ ਜੋ ਹੈ, ਜੋ ਮਨੋਧਾਤਾ ਕੁਬੇਰ ਆਦਿਕ ਨੇ। ਇਸੇ ਤਰ੍ਹਾਂ ਨਰਾਂ ਦਾ ਅਧੋਪਤੀ ਜੋ ਹੈ ਨਰਾਦਪ। ਜੌਨ ਤਿਰਲੋਕ ਕੋ ਰਾਜ ਕਰੈਗੇ, ਜਿਹੜੇ ਕਹਿੰਦੇ ਨੇ ਕਿ ਤਿੰਨਾਂ ਲੋਕਾਂ ਵਿੱਚ ਰਾਜ ਕਰਾਂਗੇ। ਕੋਟ ਇਸਨਾਨਕ ਜਾਦਕ ਦਾਨ, ਭਾਵੇਂ ਕਰੋੜਾਂ ਹੀ ਇਸ਼ਨਾਨ ਕਰ ਲੈਣ, ਗਜਾਦਿਕ ਦਾਨ, ਹਾਥੀਆਂ ਘੋੜੇ ਆਦਿਕ ਨੂੰ ਦਾਨ ਕਰ ਦੇਣ। ਅਨੇਕ ਸਵੰਬਰ ਸਾਜ ਬਰੈਗੇ, ਬੜਾ ਹੀ ਹੰਕਤਾ ਸਮੇਤ, ਸੰਕਲਪਾ ਸਮੇਤ ਦਾਨ ਕਰ ਦੇਣ। ਅਨੇਕ ਸਵੰਬਰ ਸਾਜ ਬਰੈਗੇ, ਭਾਵੇਂ ਅਨੇਕਾਂ ਹੀ ਸਵੰਬਰਾਂ ਵਿੱਚ ਜਾ ਕੇ ਰਾਜਕੁਮਾਰੀਆਂ ਨੂੰ ਵਰ ਲੈਣ। ਵਾਹ ਅਨੇਕਾਂ ਹੀ ਸਵੰਬਰ ਕਰ ਕਰਕੇ ਰਾਜਕੁਮਾਰੀਆਂ ਨੂੰ ਵਰ ਲੈਣ। ਸਾਜ ਬਰੈਗੇ, ਅਨੇਕਾਂ ਹੀ ਸਾਜ ਸਾਜ ਕੇ ਸਵੰਬਰਾਂ ਨੂੰ। ਬ੍ਰਹਮ ਮਹੇਸ਼ਰ ਵਿਸ਼ਨ ਸਤੀ ਪਤ, ਬ੍ਰਹਮ ਕਹਿੰਦੇ ਨੇ ਬ੍ਰਹਮਾ ਮਹੇਸ਼ਰ ਸ਼ਿਵ ਜੀ, ਵਿਸ਼ਨ ਵਿਸ਼ਨੂੰ, ਸਚੀ ਪਤ, ਸਚੀ ਇੰਦਰ ਦੀ ਘਰਵਾਲੀ ਦਾ ਨਾਮ ਹੈ। ਸਚੀ ਪਤ, ਸਚੀ ਦਾ ਜੋ ਪਤੀ ਹੈ ਉਹ ਹੈ ਇੰਦਰ। ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ, ਜੋ ਸਚੀ ਦਾ ਪਤੀ ਇੰਦਰ ਹੈ। ਅੰਤ ਫਸੇ ਜਮ ਫਾਸ ਪਰੈਗੇ, ਮਹਾਰਾਜ ਕਹਿੰਦੇ ਇਹ ਵੀ ਅੰਤ ਨੂੰ ਜਮਾਂ ਦੀ ਫਾਹੀ ਵਿੱਚ, ਫਾਸ ਵਿੱਚ ਪੈਣਗੇ, ਕਿਉਂਕਿ ਇਹ ਵੀ ਗਲਤੀਆਂ ਕਰਦੇ ਨੇ, ਇਹਨਾਂ ਨੂੰ ਵੀ ਲੇਖਾ ਦੇਣਾ ਪੈਂਦਾ ਹੈ। ਜਿਵੇਂ ਮਹਾਰਾਜ ਕਹਿੰਦੇ ਕਈ ਮਹੇਸ਼ ਉਪਾਏ ਖਪਾਏ। ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਕਹਿੰਦੇ ਨੇ ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ।
ਪਤਾ ਨਹੀਂ ਕਿੰਨੇ ਕਿੰਨੇ ਇਹ ਜੰਮ ਕੇ ਮਰੇ ਨੇ, ਖਪੇ ਨੇ, ਕਿੰਨੇ ਹੀ ਪੈਦਾ ਹੋਏ ਨੇ। ਇਹਨਾਂ ਤੋਂ ਵੀ ਗਲਤੀਆਂ ਹੁੰਦੀਆਂ ਨੇ, ਇਹਨਾਂ ਨੂੰ ਵੀ ਫਿਰ ਲੇਖਾ ਦੇਣਾ ਪੈਂਦਾ ਹੈ। ਮਹਾਰਾਜ ਕਹਿੰਦੇ ਅੰਤ ਫਸੇ ਜਮ ਫਾਸ ਪਰੈਗੇ, ਅੰਤ ਨੂੰ ਜਮਾਂ ਦੀ ਫਾਹੀ ਵਿੱਚ ਪੈਣਗੇ। ਅਤੇ ਜਿਹੜੇ ਇਹਨਾਂ ਨੂੰ ਜਪਣ ਵਾਲੇ ਨੇ ਉਹ ਵੀ ਜਮਾਂ ਦੇ ਵਸ ਪੈਣਗੇ। ਇਹ ਨਰ ਸ੍ਰੀ ਪਤ ਕੀ ਪ੍ਰਸ ਹੈ ਪੱਗ, ਪਰ ਜੇਕਰ ਇਹ ਬੰਦਾ ਮਨੁੱਖ ਸ੍ਰੀ ਪਤ ਮਾਇਆ ਦੇ ਪਤੀ ਦੇ ਚਰਨਾਂ ਦੇ, ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਹੈ। ਪ੍ਰਸ ਹੈ ਪੱਗ, ਮਹਾਰਾਜ ਦੇ ਜੋ ਚਰਨ ਨੇ, ਸਤਿਗੁਰਾਂ ਦੇ ਜੋ ਚਰਨ ਨੇ, ਉਹਨਾਂ ਨਾਲ ਉਹਨੂੰ ਪਰਸਨਾ ਕਰਦਾ ਹੈ, ਜੁੜਦਾ ਹੈ। ਇਹ ਨਰ ਫਿਰ ਨਾ ਦੇਹ ਧਰੈਗੀ, ਮਹਾਰਾਜ ਕਹਿੰਦੇ ਫਿਰ ਉਹ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਂਦਾ। ਤੇ ਨਰ ਫਿਰ ਨਾ ਦੇਹ ਧਰੈਗੇ। ਜਿਨ੍ਹਾਂ ਨੇ ਨਾਮ ਜਪਿਆ ਹੈ, ਜੋ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਨੇ, ਉਹ ਫਿਰ ਜਮਾਂ ਦੇ ਵਸ ਨਹੀਂ ਪੈਂਦੇ ਅਤੇ ਉਹਨਾਂ ਦਾ ਜਨਮ ਮਰਨ ਵੀ ਕੱਟਿਆ ਜਾਂਦਾ ਹੈ। ਇਹ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ। ਕਹਾ ਭਇਓ ਜੋ ਦੋ ਲੋਚਨ ਮੋਦਕੈ, ਹੁਣ ਅੱਗੇ ਪਖੰਡ ਦਾ ਖੰਡਨ ਕਰਦੇ ਨੇ ਸਤਿਗੁਰੂ ਜੀ। ਕਹਾ ਭਇਓ ਜੋ ਦੋ ਲੋਚਨ ਮੋਦਕ ਹੈ। ਮਹਾਰਾਜ ਕਹਿੰਦੇ ਕੀ ਹੋਇਆ, ਜੇ ਤੂੰ ਬਗਲਿਆਂ ਦੀ ਤਰ੍ਹਾਂ ਦੋਨੇ ਅੱਖਾਂ ਦੋਨੇ ਨੇਤਰ ਬੰਦ ਕਰਕੇ ਬੈਠਾ ਹੈ। ਬੈਠ ਰਹਿਓ ਬਕ ਧਿਆਨ ਲਗਾਇਓ, ਜਿਵੇਂ ਬਗਲਾ ਸਰੋਵਰ ਦੇ ਕੰਢੇ ਬਹਿੰਦਾ ਹੈ ਨਾ, ਬੜਾ ਸਮਾਧੀ ਲਾ ਕੇ ਅੱਖਾਂ ਮੀਚ ਕੇ ਬਹਿੰਦਾ ਹੈ, ਪਰ ਉਸ ਦੀ ਮਨਸ਼ਾ ਮੱਛੀਆਂ ਜਾਂ ਡੱਡਾ ਖਾਣ ਦੀ ਹੁੰਦੀ ਹੈ। ਐਸੇ ਤਰ੍ਹਾਂ ਮਹਾਰਾਜ ਕਹਿੰਦੇ ਕੀ ਹੋ ਗਿਆ, ਜੇ ਤੂੰ ਨੇਤਰ ਬੰਦ ਕਰਕੇ ਬਗਲਿਆਂ ਦੀ ਤਰ੍ਹਾਂ ਮੱਛੀਆਂ ਦੀ ਨਿਆਈ ਪਰਾਈਆਂ ਇਸਤਰੀਆਂ ਨੂੰ ਤੱਕਦਾ ਹੈ। ਜਿਵੇਂ ਬਗਲਾ ਅੱਖਾਂ ਤੇ ਉਹਦੀਆਂ ਬੰਦ ਹੁੰਦੀਆਂ ਨੇ, ਪਰ ਮਨ ਵਿੱਚ ਮੱਛੀਆਂ ਜਾਂ ਡੱਡਾ ਨੂੰ ਖਾਣ ਦੀ ਇੱਛਾ ਹੁੰਦੀ ਹੈ। ਐਸੇ ਤਰ੍ਹਾਂ ਕਈ ਇੱਦਾਂ ਬਗਲ ਸਮਾਧੀ ਵਾਲੇ ਵੀ ਹੁੰਦੇ ਨੇ ਕਿ ਉਤੋਂ ਅੱਖਾਂ ਬੰਦ ਕੀਤੀਆਂ ਨੇ, ਪਰ ਉਹਨਾਂ ਦੀ ਭਾਵਨਾ ਪਰਾਈਆਂ ਇਸਤਰੀਆਂ ਨੂੰ ਤੱਕਣ ਦੀ ਹੁੰਦੀ ਹੈ। ਮਹਾਰਾਜ ਕਹਿੰਦੇ ਕੀ ਹੋ ਗਿਆ, ਜੇ ਤੂੰ ਬਗਲਿਆਂ ਦੀ ਤਰ੍ਹਾਂ ਸਮਾਧੀ ਲਾ ਲਈ। ਬੈਠ ਰਹਿਓ ਬਕ ਧਿਆਨ ਲਗਾਇਓ, ਬੜਾ ਧਿਆਨ ਜੋੜ ਕੇ ਬੈਠਾ ਹੈ। ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਜੋ ਸੱਤੇ ਹੀ ਖੀਰ ਘਿਓ ਦੁੱਧ ਆਦਿਕ ਦੇ ਸੱਤੇ ਖਾਰੇ ਸਮੁੰਦਰਾਂ ਵਿੱਚ ਭਾਵੇਂ ਤੂੰ ਇਸ਼ਨਾਨ ਕਰ ਲੈ, ਵਾਸ਼ਨਾ ਸਹਿਤ ਇਸ਼ਨਾਨ ਕਰ ਲੈ। ਲੋਕ ਗਇਓ ਪਰ ਲੋਕ ਗਵਾਇਓ, ਪਰ ਜੇ ਤੂੰ ਇਸ਼ਨਾਨ ਕਰਦਾ ਵੀ ਹੰਗਤਾ ਧਾਰਦਾ ਹੈ, ਧਰਮ ਦਾ ਕਰਮ ਕਰਦਾ ਵੀ ਹੰਗਤਾ ਧਾਰਦਾ ਹੈ, ਤੂੰ ਨੀਵਾ ਨਹੀਂ ਹੁੰਦਾ, ਗੁਰਮਤਿ ਧਾਰਨ ਨਹੀਂ ਕਰਦਾ, ਤਾਂ ਲੋਕ ਗਇਓ ਪਰ ਲੋਕ ਗਵਾਇਓ। ਤਾਂ ਤੇਰਾ ਇਹ ਲੋਕ ਵੀ ਸਫਲਾ ਨਹੀਂ ਹੋਣਾ ਅਤੇ ਤੂੰ ਪਰਲੋਕ ਵੀ ਗਵਾ ਲੈਣਾ ਹੈ। ਭਾਵ ਕਿ ਉੱਥੇ ਜਾ ਕੇ ਵੀ ਤੈਨੂੰ ਸੁੱਖ ਨਹੀਂ ਮਿਲਣਾ। ਸੱਤਾ ਸਮੁੰਦਰਾਂ ਦੇ ਇਸ਼ਨਾਨ ਦਾ ਫਲ 68 ਤੀਰਥਾਂ ਦੇ ਬਰਾਬਰ ਮੰਨਿਆ ਹੈ, ਅਤੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਤ੍ਰਿਵੈਣੀ ਦੇ ਇਸ਼ਨਾਨ ਦੇ ਸੁਦਰਸ਼ ਮੰਨਿਆ ਹੈ। ਮਹਾਰਾਜ ਕਹਿੰਦੇ ਭਾਵੇਂ ਤੂੰ 7 ਹੀ ਸਮੁੰਦਰਾਂ ਵਿੱਚ ਇਸ਼ਨਾਨ ਕਰ ਲੈ, ਜੇ ਤੂੰ ਵਾਸ਼ਨਾ ਸਹਿਤ ਇਸ਼ਨਾਨ ਕਰਦਾ ਹੈ, ਹੰਗਤਾ ਧਾਰਦਾ ਹੈ, ਕੋਈ ਧਰਮ ਦਾ ਕੰਮ ਨਹੀਂ ਕਰਦਾ, ਕੋਈ ਚੰਗਾ ਕੰਮ ਨਹੀਂ ਕਰਦਾ, ਉੱਤੋਂ ਦਿਖਾਵਾ ਕਰਦਾ ਹੈ, ਤਾਂ ਤੇਰਾ ਲੋਕ ਵੀ ਗਿਆ ਅਤੇ ਤੇਰਾ ਪਰਲੋਕ ਵੀ ਚਲਿਆ ਜਾਵੇਗਾ। ਵਾਸ ਕੀਓ ਬਖਿਆਨ ਸੋ ਬੈਠ ਕੈ, ਵਾਸ ਵਿਸ਼ਿਆਂ ਵਿੱਚ ਵਿਖਿਆ ਵਿਸ਼ੇ ਹੋ ਗਏ। ਤੂੰ ਵਿਸ਼ਿਆਂ ਵਾਲਿਆਂ ਦੀ ਸੰਗਤ ਵਿੱਚ ਬਹਿੰਦਾ ਹੈ, ਵਾਸ ਕਰਦਾ ਹੈ। ਵਾਹ ਵਿਖਿਆਨ ਕਹਿੰਦੇ ਨੇ ਜੋ ਸਿੰਘਾਂ ਵਾਲੇ ਹਰਨ ਨੇ,
ਉਹਨਾਂ ਨਾਲ ਬਣਾ ਵਿੱਚ ਰਹਿੰਦਾ ਹੈ। ਵਿਖਿਆਨ ਜੋ ਵਿਖਿਆਨ ਕਰਨ ਵਾਲੇ ਨੇ ਉਹਨਾਂ ਦੀ ਸੰਗਤ ਤਾਂ ਕਰਦਾ ਹੈ, ਪਰ ਤੂੰ ਅੰਦਰ ਧਾਰਨ ਨਹੀਂ ਕਰਦਾ। ਐਸੇ ਤਰ੍ਹਾਂ ਤੂੰ ਵਿਸ਼ਿਆਂ ਵਾਲਿਆਂ ਦੀ ਸੰਗਤ ਕਰਦਾ ਹੈ। ਐਸੇ ਸੁ ਬੈਸ ਬਿਤਾਇਓ। ਵਿਸ਼ਿਆਂ ਵਿੱਚ ਹੀ ਗਰਸਿਆ ਹੋਇਆ, ਮਾੜੇ ਕਰਮ ਕਰਦਾ ਹੋਇਆ, ਐਸੇ ਸੋ ਬੈਸ ਬਿਤਾਇਓ। ਵਿਸ਼ੇ ਵਿਕਾਰ ਭੋਗਦੇ ਹੋਇਆ ਇੱਦਾਂ ਹੀ ਤੈਂ ਸਾਰੀ ਉਮਰ ਬਿਤਾ ਦਿੱਤੀ ਹੈ। ਸਾਰਾ ਹੀ ਤੇਰਾ ਜੀਵਨ ਵਿਸ਼ੇ ਵਿਕਾਰ ਭੋਗਦੇ ਹੋਏ, ਮਾੜੇ ਕਰਮ ਕਰਦੇ ਹੋਏ ਲੰਘਿਆ ਹੈ। ਸਾਚ ਕਹੋ ਸੁਨ ਲਿਓ ਸਭੈ। ਮਹਾਰਾਜ ਕਹਿੰਦੇ ਸਾਰੇ ਹੀ ਮਤਾਂਤਰਾਂ ਦੇ ਜਿੰਨੇ ਭੇਖੀ ਨੇ, ਜਿੰਨੇ ਯੋਗੀ ਨੇ, ਹੇ ਸੰਤਾਂ ਦੀਓ ਮੰਡਲੀਓ, ਅਸੀਂ ਸੱਚ ਕਹਿੰਦੇ ਹਾਂ। ਸਾਰੇ ਵਰਨਾਂ ਨੂੰ, ਆਸ਼ਰਮਾਂ ਨੂੰ ਅਸੀਂ ਸੱਚ ਕਹਿੰਦੇ ਹਾਂ। ਸਾਰੇ ਸੁਣਨਾ ਕਰੋ। ਜਿਨ ਪ੍ਰੇਮ ਕੀਓ। ਜਿਨ੍ਹਾਂ ਨੇ ਵੀ ਸਤਿਗੁਰਾਂ ਨਾਲ ਪ੍ਰੇਮ ਕਰਨਾ ਕੀਤਾ ਹੈ, ਨਹੀਂ ਪ੍ਰਭ ਪਾਇਓ। ਉਹਨਾਂ ਨੇ ਹੀ ਪ੍ਰਭੂ ਪਰਮਾਤਮਾ ਨੂੰ ਪਾਇਆ ਹੈ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦਾ ਅਰਥ ਹੈ ਆਪਣੀ ਮੈਂ ਨੂੰ ਪਰੇ ਕਰ ਦੇਣਾ। ਹੋ ਮੈਂ ਵਿੱਚ ਹੋ ਖੋਵੈ, ਤੂੰ ਕਰਤਾ ਤੂ ਹੁਆ, ਮੁਝ ਮਹਿ ਰਹਾ ਨਾ ਹੂ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਜਦੋਂ ਪਰਮਾਤਮਾ ਨੂੰ ਜਪਦੇ ਜਪਦੇ ਉਸੇ ਦਾ ਰੂਪ ਹੋ ਗਏ, ਜਦੋਂ ਆਪਾ ਵਿੱਚੋਂ ਹੰਗਤਾ ਮੈਂ ਮੇਰੀ ਮਿਟ ਗਈ, ਤਾਂ ਫਿਰ ਹੁੰਦਾ ਕੀ ਹੈ? ਜਦ ਦੇਖੋ ਤਦ ਤੂੰ। ਉਹ ਫਿਰ ਸਾਰੇ ਪਾਸੇ ਉਸ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਉਹ ਫਿਰ ਪਰਮਾਤਮਾ ਨੂੰ ਹੀ ਜਾਣਦੇ ਨੇ ਕਿ ਜੋ ਕੁਛ ਵੀ ਕੀਤਾ ਹੈ ਪਰਮਾਤਮਾ ਨੇ ਕੀਤਾ ਹੈ। ਜੋ ਕੁਛ ਹੋ ਰਿਹਾ ਹੈ ਉਹ ਪਰਮਾਤਮਾ ਕਰ ਰਿਹਾ ਹੈ। ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ। ਜੇ ਮੈਨੂੰ ਸਰੀਰ ਮਿਲਿਆ ਹੈ ਤਾਂ ਪਰਮਾਤਮਾ ਨੇ ਦਿੱਤਾ ਹੈ। ਜੇ ਅੱਜ ਮੈਂ ਚੰਗੇ ਅਹੁਦੇ 'ਤੇ ਹਾਂ ਤਾਂ ਪਰਮਾਤਮਾ ਦੀ ਕਿਰਪਾ ਹੈ। ਜੇ ਸੱਚੇ ਪਾਤਸ਼ਾਹ ਗੁਰਬਾਣੀ ਪੜ੍ਹਾ ਰਹੇ ਨੇ ਤਾਂ ਆਪ ਹੀ ਕਿਰਪਾ ਕਰਕੇ ਪੜ੍ਹਾ ਰਹੇ ਨੇ। ਉਹ ਫਿਰ ਹੰਕਾਰ ਨਹੀਂ ਕਰਦੇ ਕਿ ਮੈਂ ਇਹ ਕੰਮ ਕਰਦਾ ਹਾਂ, ਮੈਂ ਕੋਠੀ ਬਣਾਈ, ਮੈਂ ਆਪਣੇ ਪਰਿਵਾਰ ਨੂੰ ਪਾਲਦਾ ਹਾਂ। ਉਹਨਾਂ ਦੀ ਫਿਰ ਮੈਂ ਮੇਰੀ ਵਿੱਚੋਂ ਖਤਮ ਹੋ ਜਾਂਦੀ ਹੈ। ਉਹ ਫਿਰ ਗੁਰੂ ਕੇ ਪਿਆਰੇ, ਉਹਨਾਂ ਦਾ ਐਸਾ ਪ੍ਰੇਮ ਹੁੰਦਾ ਹੈ, ਆ ਸਰਦੋ ਰੰਗ ਜਾਰਦੋ ਚਸ਼ਮ ਤਰ। ਪਰਮਾਤਮਾ ਨੂੰ ਮਿਲਣ ਦੀ ਹਰ ਵੇਲੇ ਤਾਂਘ ਰਹਿੰਦੀ ਹੈ। ਹਟਕੋਰੇ ਲੈਂਦੇ ਨੇ, ਅੱਖਾਂ ਵਿੱਚ ਜਲ ਵਗਦਾ ਰਹਿੰਦਾ ਹੈ, ਰੰਗ ਪੀਲਾ ਪੈ ਜਾਂਦਾ ਹੈ। ਇੰਤਜ਼ਾਰੀ ਬੇਕਰਾਰੀ, ਹਰ ਵੇਲੇ ਇੰਤਜ਼ਾਰ ਲੱਗਿਆ ਰਹਿਣਾ ਸਤਿਗੁਰਾਂ ਦਾ। ਬੇਕਰਾਰ ਜੇ ਹੋਏ ਰਹਿਣਾ। ਕੰਮ ਗੁਫਤਮੋ ਕੰਮ ਖੁਰਦਨੋ, ਖੁਆਬਸ਼ ਹਰਾਮ। ਘੱਟ ਖਾਂਦੇ ਨੇ, ਫਿਰ ਘੱਟ ਸੌਂਦੇ ਨੇ। ਐਸੇ ਤਰ੍ਹਾਂ ਉਹਨਾਂ ਦਾ ਪ੍ਰੇਮ ਹੈ। ਇਹ 9 ਨਿਸ਼ਾਨੀਆਂ ਇਹ ਦੱਸੀਆਂ ਨੇ। ਹਰ ਵੇਲੇ ਸਤਿਗੁਰਾਂ ਦੇ ਪਿਆਰ ਵਿੱਚ ਸਤਿਗੁਰਾਂ ਨੂੰ ਮਿਲਣ ਦੀ ਤਾਂਘ ਰਹਿੰਦੀ ਹੈ। ਜਿਨ੍ਹਾਂ ਨੇ ਵੀ ਪ੍ਰੇਮ ਕੀਤਾ ਹੈ। ਜਿਵੇਂ ਆਪਾਂ ਸ਼ਾਮ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ ਨਾ ਮਾਤਾ ਭਾਗ ਭਰੀ ਦਾ ਪ੍ਰਸੰਗ। ਹਰ ਵੇਲੇ ਪ੍ਰੇਮ ਵਿੱਚ ਸਤਿਗੁਰਾਂ ਨੂੰ ਯਾਦ ਕਰੀ ਜਾਣਾ, ਤਾਂ ਸਤਿਗੁਰਾਂ ਨੇ ਜਾ ਕੇ ਉਸ ਦੀ ਇੱਛਾ ਵੀ ਪੂਰੀ ਕੀਤੀ ਸੀ। ਜਿਨ੍ਹਾਂ ਨੇ ਵੀ ਪ੍ਰੇਮ ਵਿੱਚ ਯਾਦ ਕੀਤਾ ਹੈ, ਜਿਨ੍ਹਾਂ ਨੇ ਵੀ ਸਤਿਗੁਰਾਂ ਨਾਲ ਪ੍ਰੇਮ ਪਾਇਆ ਹੈ, ਤਿਨ ਹੀ ਪ੍ਰਭ ਪਾਇਓ। ਜੇ ਪ੍ਰੇਮ ਕੀਤਾ ਤਾਂ ਉਹਨਾਂ ਨੇ ਸਤਿਗੁਰਾਂ ਨੂੰ ਪਾ ਵੀ ਲਿਆ ਹੈ। ਸਤਿਗੁਰਾਂ ਨੇ ਆਪਣੇ ਵਿੱਚ ਉਹਨਾਂ ਨੂੰ ਅਭੇਦ ਵੀ ਕਰ ਲਿਆ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਕਹਿੰਦੇ ਕਈ ਤਾਂ ਪੱਥਰਾਂ ਨੂੰ ਹੀ ਗਲ ਵਿੱਚ ਲਟਕਾਈ ਫਿਰਦੇ ਨੇ।
ਕਈ ਪੱਥਰਾਂ 'ਤੇ ਸਿਰ ਨਿਵਾਉਂਦੇ ਨੇ, ਕਈ ਤਾਂ ਪੱਥਰਾਂ ਦੀ ਪੂਜਾ ਕਰਦੇ ਕਰਦੇ ਪੱਥਰਾਂ ਨੂੰ ਸਿਰ 'ਤੇ ਰੱਖਦੇ ਨੇ। ਮਹਾਰਾਜ ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਕਦੇ ਕੀ ਹੋ ਗਿਆ, ਜੇ ਤੂੰ ਪੱਥਰਾਂ ਨੂੰ ਪੂਜਦਾ ਹੈ, ਪੂਜਣਾ ਕਰਦਾ ਹੈ। ਕਾਹੂ ਲੈ ਲਿੰਗ ਗ੍ਰੇ ਲਟਕਾਇਓ। ਕਦੇ ਕਾਹੂ ਕਿਤੇ ਤੂੰ ਜੋ ਲਿੰਗ ਹੈ, ਸ਼ਿਵਲਿੰਗ ਹੈ, ਉਸ ਨੂੰ ਆਪਣੇ ਗਲੇ ਵਿੱਚ ਲਟਕਾਈ ਫਿਰਦਾ ਹੈ ਭੋਗ ਲਵਾਉਣ ਵਾਸਤੇ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ। ਕਿਤੇ ਤੂੰ ਅਵਾਚੀ ਦਿਸ਼ਾ ਮੈਂ ਹੈ, ਪੂਰਬ ਵੱਲ ਨੂੰ ਕਿਤੇ ਤੂੰ ਮੱਥੇ ਟੇਕਦਾ ਹੈ। ਕਾਹੂ ਪਸਾਹ ਕੋ ਸੀਸ ਨਿਵਾਇਓ। ਕਿਤੇ ਮੱਕੇ ਵੱਲ ਨੂੰ, ਪੱਛਮ ਵੱਲ ਨੂੰ ਸੀਸ ਨਿਵਾਉਂਦਾ ਹੈ। ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅਲਹਿ ਮੁਕਾਮਾ। ਜੋ ਦੱਖਣ ਵੱਲ ਨੂੰ ਇਹ ਹਿੰਦੂ ਮੰਨਦੇ ਨੇ, ਮੰਦਰਾਂ ਦੇ ਮੂੰਹ ਕਰਦੇ ਨੇ ਕਿ ਹਰੀ ਦਾ ਵਾਸਾ ਹੈ। ਜੋ ਮੁਸਲਮਾਨ ਨੇ ਇਹ ਪੱਛਮ ਵਿੱਚ ਅਲਹਿ ਮੁਕਾਮਾ, ਆਪਣੇ ਅੱਲਾ ਨੂੰ ਜਾਣਦੇ ਨੇ। ਕੋ ਬਤਾਨ ਕੋ ਪੂਜਤ ਹੈ ਪਸ। ਜਿਹੜੇ ਕਈ ਬੁਤਾਨ ਕੋ, ਕਈ ਬੁੱਤਾਂ ਨੂੰ ਪੂਜਦੇ ਫਿਰਦੇ ਨੇ, ਕਈ ਪਸ਼ੂਆਂ ਨੂੰ ਪੂਜਦੇ ਫਿਰਦੇ ਨੇ। ਕੋ ਬੁਤਾਨ ਕੋ ਪੂਜਤ ਹੈ ਪਸ। ਜੋ ਮਿੱਟੀ ਦੇ ਬੁੱਤ ਬਣਾਏ ਨੇ, ਜਿਵੇਂ ਬੋਧੀ ਆਦਿਕ, ਇਹ ਬੁੱਤਾਂ ਨੂੰ ਪੂਜਦੇ ਨੇ। ਹੁਣ ਵੀ ਇੱਦਾਂ ਦੇ ਸਥਾਨ ਬਣੇ ਨੇ ਜਿੱਥੇ ਬਹੁਤ ਪੁਰਾਣੇ ਪੁਰਾਣੇ ਬੁੱਤ ਪਏ ਨੇ। ਕੋ ਬੁਤਾਨ ਕੋ ਪੂਜਤ ਹੈ ਪਸ। ਜਿਵੇਂ ਹਿੰਦੂ ਪਾਰਵਤੀ ਦੀ ਜੋ ਨਕਲੀ ਮੂਰਤੀ ਬਣਾ ਕੇ ਪੂਜਦੇ ਨੇ ਪਸ, ਕਈ ਪਸ਼ੂਆਂ ਨੂੰ ਵੀ ਪੂਜਦੇ ਨੇ। ਇਤਿਆਦਿਕ ਇਹ ਕਰਦੇ ਨੇ। ਮਰਤਾਨ ਕੋ ਪੂਜਨ ਧਾਇਓ। ਕਈ ਮੜੀਆਂ ਨੂੰ ਹੀ ਪੂਜੀ ਜਾਂਦੇ ਨੇ। ਆਪਾਂ ਦੇਖਦੇ ਹਾਂ ਨਾ, ਕਈ ਕਹਿੰਦੇ ਜੇ ਅਸੀਂ ਥਾਨਾਂ 'ਤੇ ਗੁਲਗੁਲੇ ਕਚੋਰੀਆਂ ਦੇ ਭੋਗ ਲਵਾਉਣਾ ਹੈ, ਜਾਣਾ ਮੱਥਾ ਟੇਕਣ। ਕਈ ਖੇਤਾਂ ਵਿੱਚ ਜਾ ਜਾ ਕੇ ਆਪਣੇ ਪਿੱਤਰਾਂ ਦੀ ਸਮਾਧਾਂ ਬਣਾਉਂਦੇ ਨੇ, ਦੀਵੇ ਜਗਾਉਂਦੇ ਨੇ। ਪਰ ਮਹਾਰਾਜ ਕਹਿੰਦੇ ਗੋੜ ਮੜੀ ਮਟ ਭੂਲ ਨਾ ਮੰਨੈ। ਇਹਨਾਂ ਨੇ ਤੇਰਾ ਕਲਿਆਣ ਨਹੀਂ ਕਰਨਾ। ਮਹਾਰਾਜ ਕਹਿੰਦੇ ਪਾਹਨ ਗੱਢ ਕੈ ਮੂਰਤ ਕੀਨੀ, ਦੇ ਕੈ ਛਾਤੀ ਪਾਓ। ਜੇ ਇਹ ਮੂਰਤ ਸਾਚੀ ਹੈ ਤੋ ਗੜਨਹਾਰੈ ਖਾਓ। ਇੱਕ ਮੂਰਤੀਕਾਰ ਮੂਰਤੀ ਨੂੰ ਘੜਦਾ ਹੈ। ਜਦੋਂ ਘੜਦਾ ਹੈ ਤਾਂ ਉਸਦੀ ਛਾਤੀ 'ਤੇ ਪੈਰ ਰੱਖਦਾ ਹੈ। ਜਦੋਂ ਮੂੰਹ ਦਾ ਆਕਾਰ ਘੜਦਾ ਹੈ, ਉਸਦੀ ਛਾਤੀ 'ਤੇ ਪੈਰ ਰੱਖਦਾ ਹੈ। ਮਹਾਰਾਜ ਕਹਿੰਦੇ ਜੇ ਇਹ ਮੂਰਤ ਸੱਚੀ ਹੈ ਤਾਂ ਜਿਹਨੇ ਮੂਰਤੀ ਬਣਾਈ ਹੈ ਤਾਂ ਉਹ ਮੂਰਤੀ ਬਣਾਉਣ ਵਾਲੇ ਨੂੰ ਖਾ ਜਾਵੇਗੀ ਕਿ ਤੈਂ ਮੇਰੀ ਛਾਤੀ 'ਤੇ ਪੈਰ ਕਿਉਂ ਰੱਖਿਆ ਹੈ। ਮਹਾਰਾਜ ਕਹਿੰਦੇ ਇਹ ਪੱਥਰ ਸਾਨੂੰ ਕੀ ਦੇ ਸਕਦੇ ਨੇ। ਜਿਹੜੇ ਪੱਥਰਾਂ ਨੂੰ ਪੂਜਦੇ ਨੇ ਉਹਨਾਂ ਦੀ ਬਿਰਤੀ ਵੀ ਪੱਥਰਾਂ ਵਰਗੀ ਬਣ ਜਾਂਦੀ ਹੈ। ਉਹ ਫਿਰ ਉਹਨਾਂ ਨੂੰ ਜਿੰਨਾ ਮਰਜ਼ੀ ਗੁਰਮਤਿ ਦਾ ਉਪਦੇਸ਼ ਦੇਈ ਜਾਓ, ਫਿਰ ਭਿੱਜਦੇ ਨਹੀਂ ਹੈ। ਉਹਨਾਂ ਦੀ ਬਿਰਤੀ ਵੀ ਉੱਦਾਂ ਦੀ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਜੇ ਪੱਥਰ, ਜੇ ਚੇਤਨ ਸੱਤਾ ਇਹਨਾਂ ਵਿੱਚ ਹੁੰਦੀ, ਮਹਾਰਾਜ ਕਹਿੰਦੇ ਇਹ ਤਾਂ ਜੜ ਨੇ, ਤੈਨੂੰ ਕੀ ਦੇ ਸਕਦੇ ਨੇ। ਜੇ ਚੇਤਨ ਸੱਤਾ ਹੁੰਦੀ ਤਾਂ ਖਾ ਜਾਂਦੇ ਕਿ ਹਾਂ ਤੈਂ ਮੇਰੀ ਛਾਤੀ 'ਤੇ ਪੈਰ ਕਿਉਂ ਰੱਖਿਆ ਹੈ। ਐਸੇ ਤਰ੍ਹਾਂ ਕੋ ਮ੍ਰਿਤਾਨ ਕੋ ਪੂਜਨ ਧਾਇਓ। ਕਈ ਮੜੀਆਂ ਨੂੰ, ਮਰਿਆ ਹੋਇਆਂ ਨੂੰ ਹੀ ਪੂਜੀ ਜਾਂਦੇ ਨੇ। ਕਈ ਖੇਤਾਂ ਵਿੱਚ ਜਾ ਜਾ ਕੇ ਦੀਵੇ ਜਗਾਉਂਦੇ ਨੇ। ਐਸੇ ਬੜੇ ਪਖੰਡ ਜੇ ਕਰਦੇ ਨੇ। ਕਿਰਿਆ ਔਰ ਜਿਉ ਸਭ ਹੀ ਜਗ। ਮਹਾਰਾਜ ਕਹਿੰਦੇ ਸਾਰੇ ਹੀ ਝੂਠੀ ਕਿਰਿਆ ਵਿੱਚ, ਕਠਿਨ ਕਿਰਿਆ ਵਿੱਚ ਉਲਝੇ ਹੋਏ ਨੇ। ਕਿਸੇ ਨੂੰ ਪਤਾ ਨਹੀਂ ਹੈ ਕਿ ਸੱਚਾ ਮਾਰਗ ਕੀ ਹੈ। ਸਾਰੇ ਹੀ ਕੂਰ ਕਿਰਿਆ, ਝੂਠੀ ਕਿਰਿਆ ਵਿੱਚ ਹੀ ਫਸੇ ਹੋਏ ਨੇ। ਜਿਉ ਸਭ ਹੀ ਜਗ। ਉਰਜੇ ਫਸੇ ਹੋਏ ਨੇ ਝੂਠੀ ਕਿਰਿਆ ਵਿੱਚ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜੋ ਸ਼੍ਰੀ ਸ਼੍ਰੋਮਣੀ ਹੈ, ਸੁਭਾਏਮਾਨ ਹੈ,
ਭਗਵਾਨ ਜੋ ਖਟ ਭਗਾ ਸੁਪੰਨ ਹੈ, ਉਤਪਤ ਲੈਤਾ ਪਾਲਣਾ ਆਦਿਕ ਕਰਨ ਵਾਲਾ ਹੈ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਰ ਉਸ ਪਰਮਾਤਮਾ ਦਾ ਕਿਸੇ ਨੇ ਭੇਦ ਨਹੀਂ ਪਾਇਆ ਕਿ ਸਤਿਗੁਰ ਜਾਗਤਾ ਹੈ ਦਿਓ, ਕਿ ਉਹ ਸਤਿਗੁਰੂ ਜੀ ਜਾਗਦੇ ਹੋਏ ਦੇਵ ਨੇ, ਭਾਵ ਕਿ ਪਰਮੇਸ਼ਰ ਨੇ, ਜੋ ਸਾਰਿਆਂ ਨੂੰ ਦਿੰਦੇ ਨੇ, ਜੋ ਸਾਰਿਆਂ ਦੀ ਪਾਲਣਾ ਕਰਦੇ ਨੇ, ਜੋ ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਮਹਾਰਾਜ ਕਹਿੰਦੇ ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ। ਕਦੇ ਅਸੀਂ ਦੇਵੀ ਦੇਵਤਿਆਂ ਨੂੰ ਪੂਜਦੇ ਹਾਂ, ਇਹ ਸਾਨੂੰ ਕੀ ਦੇ ਸਕਦੇ ਨੇ। ਜਿਵੇਂ ਆਪਾਂ ਨੇ ਪਿੱਛੇ ਸਰਵਣ ਕਰਨਾ ਕੀਤਾ ਸੀ ਨਾ, ਜਾਚਕ ਅਨੇਕ ਸੋ ਏਕ ਦਵਈਆ। ਸਾਰੇ ਜਿੰਨੇ ਵੀ ਸੰਸਾਰ ਵਿੱਚ ਨੇ ਦੇਵੀ ਦੇਵਤੇ ਨੇ, ਉਹ ਸਾਰੇ ਮੰਗਤੇ ਨੇ, ਸਿਰਫ ਇੱਕ ਪਰਮਾਤਮਾ ਹੀ ਦੇਣ ਵਾਲਾ ਪਰਮੇਸ਼ਰ ਹੈ। ਜਿਵੇਂ ਚੰਡੀ ਦੀ ਵਾਰ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਖੰਡਾ ਪ੍ਰਿਥਮੈ ਸਾਜਕੈ ਸਭ ਸਹਿ ਸਾਰ ਉਪਾਇਆ, ਕਿ ਮਹਾਰਾਜ ਤੁਸੀਂ ਹੀ ਸਭ ਤੋਂ ਪਹਿਲਾ ਸੰਸਾਰ ਇਹ ਬਣਾਉਣਾ ਕੀਤਾ ਹੈ। ਇਹ ਜੋ ਤਿੰਨੇ ਦੇਵਤੇ ਨੇ ਤੁਸੀਂ ਹੀ ਬਣਾਉਣਾ ਕੀਤੇ ਨੇ। ਤੇਥੋਂ ਹੀ ਬਲ ਲੈ ਕੇ ਦੁਰਗਾ ਨੇ ਦੈਂਤਾਂ ਦਾ ਨਾਸ਼ ਕੀਤਾ ਹੈ। ਤੇਥੋਂ ਹੀ ਬਲ ਲੈ ਕੇ ਰਾਮ ਨੇ ਜੋ ਰਾਵਣ ਦਾ ਵੱਧ ਕੀਤਾ ਹੈ। ਤੇਥੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਦਾ ਵੱਧ ਕੀਤਾ ਹੈ। ਪਰ ਸੱਚੇ ਪਾਤਸ਼ਾਹ, ਪਰ ਤੇਰਾ ਕਿਸੇ ਨੇ ਭੇਦ ਨਹੀਂ ਪਾਇਆ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਰ ਅੱਜ ਕੱਲ੍ਹ ਆਪਣੀ ਹਾਲਤ ਇਹ ਹੈ, ਠਾਕੁਰ ਛੋੜ ਦਾਸੀ ਕੋ ਸਿਮਰਹਿ। ਉਸ ਪਰਮੇਸ਼ਰ ਨੂੰ ਛੱਡ ਕੇ, ਉਸ ਮਾਲਕ ਨੂੰ ਛੱਡ ਕੇ ਆਪਾਂ ਦਾਸੀਆਂ ਨੂੰ, ਇਹਨਾਂ ਮੜੀਆਂ ਮਸਾਣੀਆਂ ਨੂੰ ਪੂਜਦੇ ਫਿਰਦੇ ਹਾਂ। ਪਰ ਕਿਸੇ ਨੇ ਕਲਿਆਣ ਨਹੀਂ ਕਰਨੀ। ਕਲਿਆਣ ਉਹੀ ਕਰ ਸਕਦਾ ਹੈ, ਭਾਵ ਕਿ ਜੇ ਆਪਾਂ ਕਿਸੇ ਕੋਲ ਜਾ ਕੇ ਮਾਇਆ ਮੰਗੀਏ ਨਾ, ਜਾਂ ਧਨ ਪਦਾਰਥ ਮੰਗੀਏ, ਆਪਾਂ ਨੂੰ ਉਹੀ ਦੇ ਸਕਦਾ ਹੈ ਜਿਹਦੇ ਕੋਲ ਆਪ ਪਹਿਲੇ ਮਾਇਆ ਹੋਵੇ ਜਾਂ ਧਨ ਪਦਾਰਥ ਹੋਵੇ। ਜੇ ਆਪਾਂ ਕਿਸੇ ਮੰਗਤੇ ਤੋਂ ਹੀ ਮੰਗੀ ਜਾਈਏ, ਜਿਹਦੇ ਕੋਲ ਕੁਛ ਹੈ ਹੀ ਨਹੀਂ, ਕਿ ਮੈਨੂੰ ਮਾਇਆ ਦੇ, ਮਾਇਆ ਦੀ ਲੋੜ ਹੈ, ਤਾਂ ਉੱਥੇ ਗੱਲ ਨਹੀਂ ਬਣਦੀ। ਮਹਾਰਾਜ ਸਰਬ ਕਲਾ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਜਿਹਦੇ ਘਰ ਵਿੱਚ, ਉਸ ਪਰਮੇਸ਼ਰ ਦੇ ਘਰ ਵਿੱਚ ਸਾਰੀਆਂ ਦਾਤਾਂ ਨੇ, ਦੇਦਾ ਦੇ ਲੈਦੇ ਥਕ ਪਾਹੇ। ਅਗਣਤ ਭਰੇ ਭੰਡਾਰ, ਜਿਹਦੇ ਭੰਡਾਰੇ ਭਰੇ ਹੀ ਪਏ ਨੇ, ਰਿੱਧੀਆਂ ਸਿੱਧੀਆਂ ਨਾਲ ਨਾਮ ਦੇ ਖਜ਼ਾਨੇ, ਹੋਰ ਦੁਨਿਆਵੀ ਧਨ ਪਦਾਰਥ, ਜਿਨ੍ਹਾਂ ਦੇ ਭੰਡਾਰੇ ਭਰੇ ਹੀ ਪਏ ਨੇ। ਐਸੇ ਪਰਮਾਤਮਾ ਨੂੰ ਛੱਡ ਕੇ ਆਪਾਂ ਜੋ ਮੜੀਆਂ ਮਸਾਣੀਆਂ ਨੂੰ ਪੂਜਦੇ ਫਿਰਦੇ ਹਾਂ। ਠਾਕੁਰ ਛੋੜ ਦਾਸੀ ਕੋ ਸਿਮਰਹਿ। ਜੋ ਠਾਕੁਰ ਉਤਪਤੀ ਲੈਤਾ ਪਾਲਣਾ ਸਥਿਤੀ ਕਰਨ ਵਾਲਾ ਹੈ, ਉਸ ਨੂੰ ਛੱਡ ਕੇ ਆਪਾਂ ਦਾਸੀਆਂ ਨੂੰ, ਦਾਸਾਂ ਨੂੰ ਸਿਮਰਦੇ ਫਿਰਦੇ ਹਾਂ। ਇਹ ਕੋਈ ਸਿਆਣਪ ਦੀ ਗੱਲ ਨਹੀਂ ਹੈ। ਇਸੇ ਤਰ੍ਹਾਂ ਜੋ ਅੱਜ ਸਵਈਏ ਵਿੱਚ ਸਾਨੂੰ ਉਪਦੇਸ਼ ਦੇਣਾ ਕੀਤਾ ਹੈ ਸਤਿਗੁਰਾਂ ਨੇ, ਇਹਦੇ ਵਿੱਚ ਕਈ ਕਿੰਤੂ ਕਰਦੇ ਨੇ ਕਿ ਕਿਸੇ ਦੇ ਧਰਮ ਦਾ ਖੰਡਨ ਕੀਤਾ ਹੈ। ਨਹੀਂ, ਇਹ ਕਿਸੇ ਧਰਮ ਦਾ ਖੰਡਨ ਨਹੀਂ ਕੀਤਾ। ਸਤਿਗੁਰਾਂ ਨੇ ਪਖੰਡ ਦਾ ਖੰਡਨ ਕੀਤਾ ਹੈ। ਉਹ ਪਖੰਡ ਹਿੰਦੂਆਂ ਵਿੱਚ ਵੀ ਹੋ ਸਕਦਾ ਹੈ, ਮੁਸਲਮਾਨਾਂ ਵਿੱਚ ਵੀ ਹੋ ਸਕਦਾ ਹੈ, ਅਤੇ ਸਿੱਖਾਂ ਵਿੱਚ ਵੀ ਹੋ ਸਕਦਾ ਹੈ। ਮਹਾਰਾਜ ਨੇ ਪਖੰਡ ਦਾ ਖੰਡਨ ਕੀਤਾ ਹੈ। ਜਿਵੇਂ ਕਿਸੇ ਦੇ ਅੱਖਾਂ ਵਿੱਚ ਫੋੜੇ ਪੈ ਜਾਣ ਤਾਂ ਡਾਕਟਰ ਫਿਰ ਉਸ ਦਾ ਇਲਾਜ ਕਰਦਾ ਹੈ। ਐਸੇ ਤਰ੍ਹਾਂ ਜਦੋਂ ਭਗਤੀ ਕਰਦੇ ਹਾਂ, ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਜਦੋਂ ਪਖੰਡ ਰੂਪੀ ਫੋੜੇ ਪੈ ਜਾਣ ਤਾਂ ਸੱਚੇ ਪਾਤਸ਼ਾਹ ਫਿਰ ਉਸ ਪਖੰਡ ਦਾ ਖੰਡਨ ਵੀ ਕਰਦੇ ਨੇ, ਉਸ ਪਖੰਡ ਨੂੰ ਦੂਰ ਵੀ ਕਰਦੇ ਨੇ। ਜਿਵੇਂ ਕੋਈ ਪਿਤਾ, ਉਸ ਦਾ ਪੁੱਤਰ ਹੈ ਅਤੇ ਪੁੱਤਰ ਗਲਤ ਕੰਮ ਕਰਨ ਲੱਗ ਜਾਵੇ ਤਾਂ ਪਿਤਾ ਫਿਰ ਉਸ ਨੂੰ ਸਮਝਾਉਂਦਾ ਹੈ
ਇਸੇ ਤਰ੍ਹਾਂ ਜਦੋਂ ਸਿੱਖ ਗਲਤ ਰਸਤਾ ਚੁਣਦਾ ਹੈ ਜਾਂ ਪਖੰਡ ਵਾਲੇ ਪਾਸੇ ਜਾਂਦਾ ਹੈ ਤਾਂ ਸਤਿਗੁਰੂ ਜੀ ਫਿਰ ਬੜੇ ਪ੍ਰੇਮ ਨਾਲ ਆਪਣੇ ਸਿੱਖ ਨੂੰ ਸਮਝਾਉਣਾ ਵੀ ਕਰਦੇ ਨੇ। ਜਿਵੇਂ ਭਾਈ ਜੋਗਾ ਸਿੰਘ ਨੂੰ ਸਮਝਾਇਆ, ਜਦੋਂ ਹੰਕਾਰ ਸਹਿਤ ਬੇਸਵਾ ਦੇ ਦੁਆਰੇ ਵੱਲ ਜਾਣ ਲੱਗਾ ਨਾ ਤਾਂ ਸਤਿਗੁਰਾਂ ਨੇ ਫਿਰ ਰੱਖਿਆ ਵੀ ਹੈ। ਸਤਿਗੁਰੂ ਜੀ ਤਾਂ ਰੱਖਣਗੇ ਜੇ ਆਪਾਂ ਹੋਰ ਮਨੌਤਾਂ ਨੂੰ ਛੱਡ ਕੇ ਉਹਨਾਂ ਦੇ ਹੀ ਹੋ ਕੇ ਬਣ ਜਾਈਏ, ਸਤਿਗੁਰਾਂ ਦੇ ਹੀ ਹੋ ਕੇ ਰਹਿ ਜਾਈਏ, ਤਾਂ ਫਿਰ ਸਤਿਗੁਰੂ ਜੀ ਸਾਨੂੰ ਰੱਖਣਗੇ, ਸਾਡੀ ਸਹਾਇਤਾ ਕਰਨਗੇ। ਇਸੇ ਤਰ੍ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਇਹ ਜੋ ਤੀਜੇ ਨੰਬਰ 'ਤੇ ਬਾਣੀ ਨਿਤਨੇਮ ਦੀ, ਜੋ ਆਪਾਂ ਰੋਜ਼ 5 ਬਾਣੀਆਂ ਦਾ ਨਿਤਨੇਮ ਕਰਦੇ ਹਾਂ, ਅੰਮ੍ਰਿਤ ਸੰਚਾਰ ਵਿੱਚ ਵੀ ਤੀਜੇ ਨੰਬਰ 'ਤੇ ਬਾਣੀ ਪੜ੍ਹੀ ਜਾਂਦੀ ਹੈ, ਜਿਹਦੇ ਵਿੱਚ ਸਤਿਗੁਰਾਂ ਨੇ ਵਿਰਾਗਮਈ ਉਪਦੇਸ਼ ਰਤਨ ਰਾਏ ਨੂੰ ਦਿੱਤਾ ਹੈ ਅਤੇ ਭੀਮ ਚੰਦ ਦਾ ਹੰਕਾਰ ਮਾਨ ਤੋੜਨ ਵਾਸਤੇ ਉਹ ਵੀ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ, ਪਖੰਡ ਦਾ ਖੰਡਨ ਕੀਤਾ ਹੈ। ਸੋ ਅੱਜ ਸੰਪੂਰਨ ਹੋਈ ਹੈ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸੋ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ, ਜੋ ਆਪ ਜੀ ਨੇ ਸਾਨੂੰ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ, ਕਿਰਪਾ ਕਰੋ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਅਸੀਂ ਕਿਤੇ ਸੁਣਨ ਸੁਣਾਉਣ ਜੋਗੇ ਨਾ ਰਹਿ ਜਾਈਏ। ਜੋ ਆਪ ਜੀ ਨੇ ਉਪਦੇਸ਼ ਬਖਸ਼ਿਆ ਹੈ, ਇਸ ਨੂੰ ਮੰਨਣਾ ਵੀ ਕਰੀਏ ਅਤੇ ਮੰਨ ਕੇ ਹਿਰਦੇ ਵਿੱਚ ਪਿਆਰ ਵੀ ਧਰੀਏ। ਕਿਉਂਕਿ ਜਿੰਨੀ ਵੀ ਗੱਲਾਂ ਸਤਿਗੁਰਾਂ ਨੇ ਦੱਸੀਆਂ ਨੇ, ਭਾਵੇਂ ਤੂੰ ਜਿੱਡਾ ਮਰਜ਼ੀ ਵੱਡਾ ਯੋਧਾ ਹੋਵੇ, ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ, ਤੀਰਥਾਂ 'ਤੇ ਇਸ਼ਨਾਨ ਕਰ ਲੈ, ਵੱਡੇ ਵੱਡੇ ਵਿਭੂਤੀਆਂ ਤੇਰੇ ਕੋਲ ਹੋਣ, ਪਰ ਜੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਨਾ ਹੈ, ਪ੍ਰੇਮ ਨਹੀਂ ਹੈ, ਤਾਂ ਸਭ ਨਿਸ਼ਫਲ ਹੈ। ਉਹ ਕਿਸੇ ਵੀ ਕੰਮ ਨਹੀਂ ਹੈ, ਨਾ ਕਿਸੇ ਕੰਮ ਆ ਸਕਦੀਆਂ ਨੇ। ਸੋ ਇਹੀ ਸਤਿਗੁਰਾਂ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਅਸੀਂ ਵੀ ਤੁਹਾਡੇ ਚਰਨਾਂ ਨਾਲ ਜੁੜੀਏ। ਸਾਡੇ ਮਨਾਂ ਵਿੱਚੋਂ ਵੀ ਪਖੰਡ ਦੂਰ ਹੋਵੇ, ਔਗਣ ਦੂਰ ਹੋਵੇ। ਅਸੀਂ ਵੀ ਆਪ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ, ਚਰਨਾਂ ਨਾਲ ਜੁੜ ਕੇ, ਆਪ ਜੀ ਦੀ ਗੁਰਬਾਣੀ ਪੜ੍ਹ ਕੇ ਮੰਨ ਕੇ ਆਪ ਜੀ ਦੇ ਬਣੀਏ। ਸੋ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਦੇਹੋ ਸੱਜਣ ਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ